ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਨਾਨਕ ਤੇ ਮੁਖ ਉਜਲੇ, ਕੀਤੇ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਪਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਬੰਦਾਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ सुन सिखन के बचन को, संशय सुनियो विशाल।
ਕਿਰਪਾ ਦ੍ਰਿਸ਼ਟ ਤੇ ਦੇਖ ਕਰ ਬੋਲੇ ਗੁਰੂ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਬੜਭਾਗੇ ਹਾਂ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰ ਕੇ ਗੁਰੂ ਇਤਿਹਾਸ ਨੂੰ ਸ਼ਰਵਣ ਕਰਕੇ ਆਪਣੇ ਜੀਵਨ ਦੇ ਅਮੋਲਕ ਸਮੇਂ ਨੂੰ ਸਫਲ ਕਰ ਰਹੇ ਹਾਂ। ਬੜਭਾਗੇ ਨੇ ਉਹ ਸਿੱਖ ਜਿਹੜੇ ਨਿਤ ਦੇ ਨੇਮ ਅਨੁਸਾਰ ਗੁਰੂ ਜਸ ਨੂੰ ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ ਸ਼ਰਵਣ ਕਰਦੇ ਹਨ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵੀ ਹੈ। ਰਮਦਾਸ ਦੀ ਧਰਤੀ ਦੇ ਉੱਤੇ ਉਸ ਗੁਰਮੁਖ ਦਾ ਇਸ ਮਾਤ ਲੋਕ ਤੇ ਅੱਜ ਦੇ ਦਿਨ ਆਉਣਾ ਹੋਇਆ ਸੀ। 500-550 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਬਾਬਾ ਬੁੱਢਾ ਜੀ ਵਰਗਾ ਅੱਜ ਤੱਕ ਪੰਥ ਦੇ ਵਿੱਚ ਕੋਈ ਹੋਰ ਨਹੀਂ ਆ ਸਕਿਆ। ਉਹ ਉਹੀ ਸੀ ਜਿਨ੍ਹਾਂ ਨੂੰ ਪਹਿਲੇ ਪਾਤਸ਼ਾਹ, ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ 6 ਪਾਤਸ਼ਾਹੀਆਂ ਦਾ ਮਾਣ ਹਾਸਲ ਹੋਇਆ ਹੈ। ਬ੍ਰਹਮ ਗਿਆਨ ਦੀ ਮੂਰਤ, ਪਰਮ ਵੀਤਰਾਗ ਮਹਾਤਮਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਅੱਜ ਅਵਤਾਰ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਜੋ ਕਿ ਆਪ ਜੀ ਨਿਤਾ ਪ੍ਰਤੀ ਗੁਰ ਇਤਿਹਾਸ ਦੀ ਕਥਾ ਸ਼ਰਵਣ ਕਰਦੇ ਹੋ। ਕੱਲ ਦੇ ਪ੍ਰਕਰਣਾਂ ਦੇ ਅੰਦਰ ਆਪ ਜੀ ਨੇ ਸ਼ਰਵਣ ਕੀਤਾ ਹੈ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭਾਗ ਲਾ ਰਹੇ ਨੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੇਅੰਤ ਸਿੱਖ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ, ਆਪਣੇ ਜੀਵਨ ਦੇ ਅਮੋਲਕ ਸਮੇਂ ਨੂੰ ਸਫਲ ਕਰ ਰਹੀਆਂ ਨੇ। ਤੇ ਉੱਥੇ ਹੀ ਸ੍ਰੀ ਰਾਮਦਾਸ ਜੀ, ਗੁਰਤਾ ਜੇ ਮਿਲੀ ਨਹੀਂ ਹੈ, ਤੇ ਭਾਈ ਰਾਮਾ ਜੀ, ਇਹ ਵੀ ਬੜੇ ਪ੍ਰੇਮ ਦੇ ਨਾਲ ਜਿੱਥੇ ਹੋਰ ਸੰਗਤਾਂ ਸੇਵਾ ਕਰਦੀਆਂ ਨੇ, ਭਾਈ ਰਾਮਾ ਜੀ ਵੀ ਸੇਵਾ ਕਰਦੇ ਨੇ, ਭਾਈ ਜੇਠਾ ਜੀ ਵੀ, ਭਾਵ ਸ੍ਰੀ ਰਾਮਦਾਸ ਜੀ ਵੀ ਸੇਵਾ ਕਰਦੇ ਨੇ। ਸਿੱਖ ਸੰਗਤਾਂ ਦੇ ਮਨ ਦੇ ਵਿੱਚ ਬਲਬਲੇ ਜੇ ਉੱਠਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਦੀ ਦਾਤ ਕਿਹਨਾਂ ਨੂੰ ਬਖਸ਼ਣਗੇ? ਭਾਈ ਰਾਮਾ ਜੀ ਨੂੰ ਬਖਸ਼ਣਗੇ ਜਾਂ ਸ੍ਰੀ ਰਾਮਦਾਸ ਜੀ ਨੂੰ ਬਖਸ਼ਣਗੇ? ਸੰਗਤਾਂ ਆਪਸ 'ਚ ਵਿਚਾਰਾਂ ਵੀ ਕਰਦੀਆਂ ਨੇ, ਗੱਲਾਂ ਵੀ ਕਰਦੀਆਂ ਨੇ। ਕੋਈ ਕਹਿੰਦਾ ਭਾਈ ਰਾਮਾ ਜੀ ਬਹੁਤ ਭਾਵਨਾ ਨਾਲ ਸੇਵਾ ਕਰਦੇ ਨੇ, ਬੜੀ ਮਰਿਆਦਾ ਨਾਲ ਸੇਵਾ ਕਰਦੇ ਨੇ। ਕੋਈ ਕਹਿੰਦਾ ਰਾਮਦਾਸ ਜੀ ਬੜੀ ਭਾਵਨਾ ਨਾਲ ਸੇਵਾ ਕਰਦੇ ਨੇ। ਇਦਾਂ ਦੀਆਂ ਬੇਨਤੀਆਂ ਲੈ ਕੇ ਸਿੱਖ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ 'ਚ ਪੁੱਜੇ ਨੇ। ਆ ਕੇ ਸਾਰੀਆਂ ਬੇਨਤੀਆਂ ਕੀਤੀਆਂ। ਮਹਾਰਾਜ ਸਾਹਿਬ ਜੀ, ਆਪ ਜੀ ਦੇ ਚਰਨਾਂ 'ਚ ਸਨਿਮਰ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਸਾਡੇ ਮਨ ਦਾ ਜਿਹੜਾ ਇਹ ਸੰਸਾ ਹੈ, ਇਸ ਨੂੰ ਆਪ ਜੀ ਨਿਵਰਤ ਕਰੋ, ਦੂਰ ਕਰੋ।
ਤੇ ਸਾਨੂੰ ਇਹ ਗਿਆਨ ਬਖਸ਼ੋ, ਆਪ ਜੀ ਦੀ ਪਾਵਨ ਗੱਦੀ ਤੇ ਹੋਣ ਵਾਲੇ ਚੌਥੇ ਗੁਰੂ ਸਾਹਿਬ ਕੌਣ ਹੋਣਗੇ। ਸਿੱਖਾਂ ਦੀਆਂ ਇਹ ਬੇਨਤੀਆਂ ਕੱਲ ਦੇ ਪ੍ਰਕਰਣਾਂ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਣੀਆਂ ਨੇ, ਤੇ ਆਪ ਅੱਜ ਮਹਾਰਾਜ ਸਾਹਿਬ ਜੀ ਸਾਰੇ ਸਿੱਖਾਂ ਦੇ ਮਨ ਦੇ ਸੰਸ਼ੇ ਦੂਰ ਕਰਕੇ ਕਿਸ ਤਰ੍ਹਾਂ ਨਿਤਾਰਾ ਕਰਦੇ ਆ ਕਿ ਗੁਰਤਾ ਗੱਦੀ ਕਿਹਨਾਂ ਨੂੰ ਮਿਲਣੀ ਹੈ, ਗੁਰਤਾ ਗੱਦੀ ਦੇ ਕਾਬਿਲ ਕੌਣ ਹੈ, ਗੁਰਤਾ ਗੱਦੀ ਮਸਤਕ ਤੇ ਕਿਹਦੇ ਲਿਖੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਪਾਤਸ਼ਾਹ ਦੀ ਬਾਣੀ ਦਾ ਹੀ ਫਰਮਾਨ ਹੈ, ਚੌਹਾ ਪੀੜੀ ਆਦ ਜੁਗਾਦੀ ਬਖਿੱਲੀ ਕਿਨੈ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਈਰਖਾ ਨਾਲ, ਬਖਿੱਲੀ ਨਾਲ, ਚਤਰਾਈ ਨਾਲ, ਕਿਸੇ ਵੀ ਤਰੀਕੇ ਨਾਲ ਨਾ ਤਾਂ ਗੁਰਤਾ ਗੱਦੀ ਪ੍ਰਾਪਤ ਕੀਤੀ ਜਾ ਸਕਦੀ ਹੈ, ਨਾ ਗੁਰੂ ਦੀ ਸਿੱਖੀ ਕਮਾਈ ਜਾ ਸਕਦੀ ਹੈ, ਔਰ ਨਾ ਹੀ ਗੁਰੂ ਘਰ ਦੇ ਵਿੱਚ ਉਹ ਬ੍ਰਹਮ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਹਰ ਸੇਵਕ ਭਾਏ ਨਿਸਤਾਰਾ। ਨਿਸਤਾਰਾ ਭਾਈ ਤਾਂ ਹੋਣਾ ਜੇ ਵਾਹਿਗੁਰੂ ਦੇ ਸੇਵਕ ਬਣੋਗੇ, ਜੇ ਭਾਵਨਾ ਨਾਲ ਗੁਰੂ ਦੇ ਬਣ ਜਾਓਗੇ। ਤਨ ਮਨ ਧਨ ਸਭ ਸੌਂਪ ਗੁਰ ਕਾ, ਹੁਕਮ ਮੰਨਿਆ ਪਾਈਐ। ਤਨ ਮਨ ਧਨ ਸਭ ਕੁਝ ਸੌਂਪ ਕੇ ਗੁਰੂ ਨੂੰ ਹੁਕਮ ਕਮਾ ਲਓਗੇ ਤਾਂ ਸਭ ਕੁਝ ਪਾ ਲਓਗੇ। ਇਹ ਸਿੱਖੀ ਦੀ ਮਰਿਆਦਾ ਹੈ। ਇਸ ਮਰਿਆਦਾ ਨੂੰ ਭਾਈ ਰਾਮਾ ਜੀ ਕਿੱਦਾਂ ਨਿਭਾਉਂਦੇ ਨੇ ਤੇ ਭਾਈ ਜੇਠਾ ਜੀ ਕਿੱਦਾਂ ਨਿਭਾਉਂਦੇ ਨੇ, ਆਪ ਜੀ ਅੱਜ ਦੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਾਰੀਆਂ ਸੰਗਤਾਂ ਚਿਤ ਬਿਰਤੀਆਂ ਨੂੰ ਕਰੋ ਇਕਾਗਰ। ਰਸਨਾ ਦੀ ਪਵਿੱਤਰਤਾ ਲਈ ਔਰ ਹਿਰਦੇ ਦੀ ਇਕਾਗਰਤਾ ਲਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਿੱਖਨ ਕੇ ਬਚਨ ਕੋ, ਸੰਸੈ ਸੁਨਿਓ ਵਿਸਾਲ। ਸਿੱਖਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਆਪਣੇ ਮਨ ਦੇ ਸੰਸ਼ੇ ਸੁਣਾਏ ਹੈ। ਮਹਾਰਾਜ, ਸਾਡੇ ਮਨ 'ਚ ਸ਼ੰਕਾ ਆ ਕਿ ਗੁਰਤਾ ਗੱਦੀ ਭਾਈ ਰਾਮਾ ਜੀ ਨੂੰ ਮਿਲੇਗੀ ਜਾਂ ਸ੍ਰੀ ਰਾਮਦਾਸ ਜੀ ਨੂੰ ਮਿਲੇਗੀ। ਇਹ ਬੜਾ ਵੱਡਾ ਸ਼ੰਸਾ ਸੀ ਸਿੱਖਾਂ ਦੇ ਮਨ ਦੇ ਵਿੱਚ। ਇਸ ਸੰਸ਼ੇ ਨੂੰ ਸਿੱਖਾਂ ਦੇ ਕੋਲੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸੁਣ ਕੇ ਬੋਲੇ ਹਨ, ਕਿਰਪਾ ਦ੍ਰਿਸ਼ਟ ਤੇ ਦੇਖ ਕਰ, ਬੋਲੇ ਗੁਰੂ ਕਿਰਪਾਲ। ਬੜੀ ਕਿਰਪਾ ਦੇ ਘਰ ਚ ਆਏ ਗੁਰੂ ਅਮਰਦਾਸ ਸਾਹਿਬ ਜੀ। ਕਿਰਪਾ ਦ੍ਰਿਸ਼ਟੀ ਦੇ ਨਾਲ, ਬੜੇ ਪ੍ਰੇਮ ਭਰੇ ਨੇਤਰਾਂ ਦੇ ਨਾਲ ਆਪਣੇ ਸਿੱਖਾਂ ਨੂੰ ਮਹਾਰਾਜ ਜੀ ਦੇਖ ਕੇ ਬੋਲੇ ਹਨ, ਚੌਪਈ ਜਗ ਕੇ ਵਿਖੇ ਏਕ ਨਰ ਨੇਮੀ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਗਤ ਦੇ ਵਿੱਚ ਇੱਕ ਉਹ ਬੰਦੇ ਹੁੰਦੇ ਆ ਜਿਹੜੇ ਆਪਣੇ ਨੇਮ ਦੇ ਉੱਤੇ ਪੂਰੇ ਖਰੇ ਉਤਰਦੇ ਆ। ਨੇਮ ਨੂੰ, ਮਰਿਆਦਾ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹ ਟੁੱਟਣ ਨਹੀਂ ਦਿੰਦੇ। ਨੇਮ ਨਿਬਾਹਤ ਚਾਹਤ ਛੇਮੀ। ਔਰ ਉਸ ਨੇਮ ਨੂੰ ਨਿਭਾਉਂਦਿਆਂ ਹੀ ਉਹ ਮੁਕਤੀ ਚਾਹੁੰਦੇ ਆ ਕਿ ਅਸੀਂ ਆਹ ਨੇਮ ਨਿਭਾਈਏ, ਇਹਨੂੰ ਨਿਭਾਉਂਦਿਆਂ ਸਾਡੀ ਮੁਕਤੀ ਹੋ ਜਾਏ। ਬੇਅੰਤ ਤਰ੍ਹਾਂ ਦੇ ਨੇਮ ਨੇ ਮਾਤ ਲੋਕ ਤੇ, ਹਰੇਕ ਧਰਮ ਦੇ ਵਿੱਚ, ਹਰੇਕ ਮਤ ਮਤਾਂਤਰ ਦੇ ਵਿੱਚ, ਹਰੇਕ ਸੰਪਰਦਾਇ ਦੇ ਵਿੱਚ ਆਪ ਦੀ ਮਰਿਆਦਾ ਹੁੰਦੀ ਹੈ, ਆਪ ਦੇ ਨਿਯਮ ਬਣੇ ਹੁੰਦੇ ਹੈ, ਤੇ ਹਰ ਬੰਦਾ ਆਪ ਦੇ ਨੇਮ ਅਨੁਸਾਰ, ਆਪ ਦੇ ਮਰਿਆਦਾ ਦੇ ਅਨੁਸਾਰ ਚਾਹੁੰਦਾ ਵੀ ਮੇਰੀ ਮੁਕਤੀ ਹੋ ਜਾਏ। ਇੱਕ ਪ੍ਰੇਮੀ ਨਰ ਨੇਮ ਬਹੀਨਾ। ਕਹਿੰਦੇ ਪਰ ਇੱਕ ਉਹ ਬੰਦੇ ਹੁੰਦੇ ਆ ਜਿਹੜੇ ਪ੍ਰੇਮੀ ਹੁੰਦੇ ਆ, ਜਿਨ੍ਹਾਂ 'ਚ ਨੇਮ ਕਿਸੇ ਪ੍ਰਕਾਰ ਦਾ ਨਹੀਂ ਹੁੰਦਾ, ਪਰ ਪ੍ਰੇਮ ਦੇ ਨਾਲ ਉਹ ਲਵਾ ਲਵ ਭਰੇ ਹੋਏ ਹੁੰਦੇ ਆ। ਹਾਂਜੀ, ਰੈਨ ਦਿਵਸ ਏਕੈ ਲਿਵਲੀਨਾ। ਦਿਨ ਰਾਤ ਉਹਨਾਂ ਦੀ ਬਿਰਤੀ ਇੱਕ ਵਾਹਿਗੁਰੂ ਦੇ, ਇੱਕ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜੀ ਰਹਿੰਦੀ ਹੈ। ਇਹੋ ਜਿਹੇ ਯਾਦ ਰੱਖਿਓ, ਬਹੁਤ ਥੋੜੇ ਹੁੰਦੇ ਆ, ਕਿਉਂਕਿ
ਰੁੱਖਾ ਮਾਲ ਤਾਂ ਬਥੇਰਾ ਮਿਲ ਜਾਂਦਾ ਧਰਮਾਂ ਦੇ ਵਿੱਚ। ਕਿਸੇ ਵੀ ਧਰਮ 'ਚ ਚਲੇ ਜਾਓ, ਕਿਸੇ ਵੀ ਮਜ਼ਹਬ 'ਚ ਚਲੇ ਜਾਓ, ਕਿਸੇ ਸੰਪਰਦਾਇ 'ਚ ਚਲੇ ਜਾਓ, ਇੱਕ ਤੋਂ ਇੱਕ ਰੁੱਖੇ ਤੋਂ ਰੁੱਖਾ ਬੰਦਾ ਤੁਹਾਨੂੰ ਮਿਲੇਗਾ। ਇੱਕ ਤੋਂ ਇੱਕ ਆਪਣੇ ਆਪ ਨੂੰ ਨੇਮ 'ਚ ਪਰਪੱਕ ਦੱਸਣ ਵਾਲਾ ਬੰਦਾ ਤੁਹਾਨੂੰ ਮਿਲੇਗਾ। ਪਰ ਲਵਾ ਲਵ ਕੋਈ ਪ੍ਰੇਮ ਨਾਲ ਭਰਿਆ ਹੋਵੇ, ਜਿਹਦਾ ਹਿਰਦਾ ਹਰ ਵੇਲੇ ਵਾਹਿਗੁਰੂ ਦੇ ਪ੍ਰੇਮ 'ਚ, ਪ੍ਰਮਾਤਮਾ ਦੇ ਪ੍ਰੇਮ 'ਚ ਔਰ ਪ੍ਰਮਾਤਮਾ ਵੱਲੋਂ ਬਣਾਈ ਹੋਈ ਲੁਕਾਈ ਦੇ ਪ੍ਰੇਮ 'ਚ, ਸਰਬੱਤ ਦੇ ਭਲੇ ਦੇ ਪ੍ਰੇਮ ਦੇ ਵਿੱਚ ਭਰਿਆ ਹੋਏ, ਇਹ ਕੋਈ ਮਿਲਦਾ ਹੈ। ਹਾਂਜੀ, ਪ੍ਰੇਮ ਪ੍ਰਵਾਹ ਵਧੀ ਨਿਤ ਜਿਨ ਕੇ। ਮਹਾਰਾਜ ਜੀ ਕਹਿੰਦੇ ਭਾਈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਿਤ ਹੀ ਪ੍ਰੇਮ ਦਾ ਪ੍ਰਵਾਹ ਵੱਧਦਾ ਜਾਂਦਾ, ਭਾਵ ਕੱਲ ਗੁਰੂ ਪ੍ਰਤੀ ਤੁਹਾਨੂੰ ਜਿੰਨਾ ਪਿਆਰ ਸੀ ਨਾ, ਅੱਜ ਉਹਦੇ ਨਾਲੋਂ ਵੱਧ ਹੈ, ਘਟਿਆ ਨਹੀਂ। ਕੱਲ ਜਿੰਨਾ ਸੀ ਅੱਜ ਵਧਿਆ, ਅੱਜ ਜਿੰਨਾ ਆ ਕੱਲ ਨੂੰ ਉਸ ਤੋਂ ਵੱਧ ਵਧੇਗਾ। ਹਾਂਜੀ, ਵਸੀ ਹੋਤ ਪੁਰਖੋਤਮ ਤਿਨ ਕੇ। ਜਿਹੜੇ ਐਸੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਪੁਰਖ ਹੁੰਦੇ ਨੇ ਜਾਂ ਇਸਤਰੀਆਂ ਹੁੰਦੀਆਂ ਨੇ ਭਾਈ, ਉਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮ ਪ੍ਰਮਾਤਮਾ ਵਸੀ ਹੋ ਜਾਂਦਾ, ਉਹਨਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਬਿਨਾ ਪ੍ਰੇਮ ਸਿਮਰਨ ਅਰ ਸੇਵਾ। ਬਿਨਾ ਪ੍ਰੇਮ ਤੋਂ, ਬਿਨਾ ਭਾਵਨਾ ਤੋਂ ਸਿਮਰਨ ਕਰਨਾ ਤੇ ਸੇਵਾ ਕਰਨੀ। ਫਲ ਕੂਚ ਥੋਰੇ ਹੋਏ ਲਖ ਏਵਾ। ਕਹਿੰਦੇ ਭਾਈ ਐਵੇਂ ਜਾਣ ਲਓ, ਉਹਦਾ ਫਲ ਕੁਛ ਥੋੜਾ ਹੀ ਮਿਲਦਾ ਹੁੰਦਾ। ਕਈ ਵਾਰ ਨਾ ਜਦੋਂ ਪ੍ਰਚਾਰਕ ਵਿਚਾਰ ਕਰਦਾ ਹੁੰਦਾ, ਇੱਕ ਪੱਖ ਤੋਂ ਵਿਚਾਰ ਹੋ ਜਾਂਦੀ ਹੈ ਤੇ ਉਹ ਵਿਚਾਰ ਕਰਦਿਆਂ ਇਹ ਗੱਲ ਕਹਿ ਜਾਂਦੇ ਆ ਵੀ ਜੇ ਤੁਸੀਂ ਗੁਰਦੁਆਰੇ ਜਾਂਦੇ ਹੋ, ਤੁਹਾਡੇ ਅੰਦਰ ਪ੍ਰੇਮ ਨਹੀਂ ਹੈ, ਭਾਵਨਾ ਨਹੀਂ ਹੈ, ਉਹਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਸਿਮਰਨ ਕਰਦੇ ਹੋ, ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਜਪਜੀ ਸਾਹਿਬ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਜਾਂ ਕੋਈ ਵੀ ਆਪਣੇ ਧਰਮ ਅਨੁਸਾਰ ਕੁਝ ਵੀ ਸਿਮਰਨ ਕਰਦਾ ਜਾਂ ਸੇਵਾ ਕਰਦਾ, ਜੇ ਭਾਵਨਾ ਨਹੀਂ ਹੈ, ਪ੍ਰੇਮ ਨਹੀਂ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਇਦਾਂ ਦਾ ਪ੍ਰਚਾਰ ਕਈ ਵਾਰ ਇੱਕ ਪੱਖੀ ਹੋ ਜਾਂਦਾ ਤੇ ਉਹਨੂੰ ਸੁਣ ਕੇ ਕੁਝ ਬੰਦੇ ਉਹ ਕਹਿੰਦੇ ਵੀ ਜੇ ਕੋਈ ਫਲ ਹੋਣਾ ਹੀ ਨਹੀਂ, ਕੋਈ ਫਾਇਦਾ ਹੋਣਾ ਹੀ ਨਹੀਂ, ਫਿਰ ਕਰਨਾ ਕਿਉਂ, ਕਰਨਾ ਹੀ ਛੱਡ ਜਾਂਦੇ ਆ। ਕਹਿਣ ਦਾ ਭਾਵ ਇਹ ਹੁੰਦਾ ਆ ਵੀ ਭਾਈ ਤੁਸੀਂ ਪ੍ਰੇਮ ਤੋਂ ਬਿਨਾ, ਭਾਵਨਾ ਤੋਂ ਬਿਨਾ ਜੇ ਚਾਹੋਗੇ ਨਾ ਸਿਮਰਨ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਓਗੇ, ਉਹ ਨਹੀਂ ਹੁੰਦਾ। ਲੇਕਿਨ ਤੁਹਾਡੀ ਕੀਤੀ ਹੋਈ ਸੇਵਾ, ਤੁਹਾਡਾ ਕੀਤਾ ਹੋਇਆ ਸਿਮਰਨ, ਇਹ ਖਾਲੀ ਨਹੀਂ ਜਾਂਦਾ। ਮਹਾਰਾਜ ਸਾਹਿਬ ਜੀ ਦਾ ਬਚਨ ਹੈ ਗੁਰਬਾਣੀ ਦਾ, ਇੱਕ ਤਿਲ ਨਹੀਂ ਭੰਨੈ ਘਾਲੇ। ਤੁਸੀਂ ਘਾਲਣਾ ਕੀਤੀ ਹੈ ਇੱਕ ਤਿਲ ਜਿੰਨੀ ਵੀ। ਗੁਰੂ ਨਾਨਕ ਦਾ ਘਰ ਹੈ, ਪ੍ਰਮਾਤਮਾ ਦਾ ਨਿਆਂ ਆ ਵੀ ਉਹ ਖਾਲੀ ਨਹੀਂ ਜਾਂਦਾ, ਬਿਰਥਾ ਨਹੀਂ ਜਾਂਦਾ। ਫਲ ਜ਼ਰੂਰ ਮਿਲਦਾ ਪਰ ਪ੍ਰਮਾਤਮਾ ਨਹੀਂ ਮਿਲਦਾ। ਮਹਾਰਾਜ ਸਾਹਿਬ ਜੀ ਕਹਿੰਦੇ ਬਿਨਾ ਭਾਵਨਾ ਤੋਂ, ਬਿਨਾ ਪ੍ਰੇਮ ਤੋਂ ਸੇਵਾ ਕਰਨੀ, ਬਿਨਾ ਸਿਮਰਨ ਕਰਨਾ ਪ੍ਰੇਮ ਤੋਂ, ਭਾਈ ਉਹਦਾ ਫਲ ਥੋੜਾ ਹੋ ਜਾਂਦਾ ਹੈ। ਇਨ ਦੋਨੋਂ ਮੈਂ ਪਰਖੋ ਪ੍ਰੇਮ। ਕਹਿੰਦੇ ਇਹਨਾਂ ਦੋਨਾਂ ਦੇ ਵਿੱਚੋਂ ਪ੍ਰੇਮ ਨੂੰ ਮੈਂ ਪਰਖਦਾ ਹਾਂ ਹੁਣ। ਤਾਰ ਤਮ ਜਿਮ ਤਿਮ ਲੈ ਛੇਮ। ਕਹਿੰਦੇ ਭਾਈ ਰਾਮਾ ਜੀ ਚ, ਸ੍ਰੀ ਰਾਮਦਾਸ ਜੀ ਦੇ ਵਿੱਚ ਕਿੰਨਾ ਕੁ ਪ੍ਰੇਮ ਹੈ ਤੇ ਕਿਸੇ ਚ ਘੱਟ ਹੈ, ਕਿਸੇ ਚ ਵੱਧ ਹੈ, ਉਹ ਆਪਾਂ ਪਰਖਦੇ ਆਂ ਤੇ ਉਹ ਪਤਾ ਚੱਲ ਜਾਏਗਾ। ਜੈਸੀ ਕਿਸੇ ਦੇ ਮਨ ਦੀ ਭਾਵਨਾ ਹੋਏਗੀ, ਵੈਸੀ ਕਿਸੇ ਦੇ ਮਨ ਨੂੰ ਅਵਸਥਾ ਮਿਲ ਜਾਏਗੀ। ਪ੍ਰਭ ਬਸ ਹੋਤ ਪ੍ਰੇਮ ਲਖ ਕਨੋ। ਦੋ ਪੰਕਤੀਆਂ ਪੜੋ ਜੀ। ਪ੍ਰਭ ਬਸ ਹੋਤ ਪ੍ਰੇਮ ਲਖ ਕਨੋ, ਅੰਗ ਸੰਗ ਰਹਿ ਨਿਤ ਇਤ ਸਨੋ। ਕਹਿੰਦੇ ਬਹੁਤ ਸਾਰਾ ਪ੍ਰੇਮ ਹਿਰਦੇ ਦਾ ਜਾਣ ਕੇ ਵਾਹਿਗੁਰੂ ਜੀ ਵਸ ਦੇ ਵਿੱਚ ਆ ਜਾਂਦੇ ਆ ਤੇ ਅੰਗ ਸੰਗ ਵਰਤਦੇ ਆ ਸਿੱਖ ਦੇ। ਪਰਖੇ ਜਾਏ ਨ ਜੇ ਤੁਮ ਪਾਸੀ, ਜਿਸ ਕੇ ਹਿਰਦੇ ਪ੍ਰੇਮ ਅਬਿਨਾਸ਼ੀ। ਕਹਿੰਦੇ ਤੁਸੀਂ ਜੇ ਪਰਖਿਆ ਗੁਰੂ ਕੇ ਸਿੱਖੋ ਤੇ ਪਰਖ ਦੇ ਵਿੱਚ ਤੁਹਾਡੇ ਨਹੀਂ ਆਇਆ ਕਿਹਦੇ ਹਿਰਦੇ 'ਚ ਕਿੰਨਾ ਪ੍ਰੇਮ ਹੈ, ਭਾਈ ਰਾਮਾ ਜੀ ਦੇ ਹਿਰਦੇ 'ਚ ਜ਼ਿਆਦਾ ਪ੍ਰੇਮ ਹੈ ਜਾਂ ਰਾਮਦਾਸ ਜੀ ਦੇ ਹਿਰਦੇ 'ਚ ਜ਼ਿਆਦਾ ਪ੍ਰੇਮ ਹੈ, ਜੇ ਤੁਸੀਂ ਨਹੀਂ ਪਰਖ ਸਕੇ ਕਿ ਨਾਸ ਤੋਂ ਰਹਿਤ ਅਬਨਾਸੀ ਪ੍ਰੇਮ ਜਿਹੜਾ ਕਦੇ ਨਹੀਂ ਟੁੱਟਦਾ, ਕੁਛ ਵੀ ਹੋ ਜਾਏ, ਜਿਹੜਾ ਪ੍ਰੇਮ ਕਦੇ ਨਹੀਂ ਟੁੱਟਦਾ, ਅਬਨਾਸੀ ਪ੍ਰੇਮ ਉਹ ਹੁੰਦਾ
ਕਿਹਦੇ ਹਿਰਦੇ 'ਚ ਹੈ, ਜੇ ਤੁਸੀਂ ਨਹੀਂ ਪਰਖ ਸਕੇ। ਤੋ ਹਮ ਪਰਖ ਦੇ ਤੁਮ ਤਾਈ, ਰਾਖੋ ਗੋਪ ਨ ਕਹੋ ਕਦਾਈ। ਫਿਰ ਭਾਈ ਅਸੀਂ ਪਰਖ ਦਿੰਨੇ ਆ ਤੁਹਾਨੂੰ, ਪਰ ਇਹ ਗੱਲ ਨੂੰ ਗੁਪਤ ਆਪਣੇ ਹਿਰਦੇ ਦੇ ਵਿੱਚ ਹੀ ਰੱਖਿਓ, ਪ੍ਰਗਟ ਕਰਕੇ ਨਾ ਅਜੇ ਕਿਸੇ ਨੂੰ ਦੱਸਿਓ। ਸਿੱਖਨ ਕੇ ਸੰਦੇਹ ਵਿਨਾਸ਼ਨ, ਨਿਜ ਪਾਛੇ ਥਾਪਨ ਸਿੰਘਾਸਨ। ਸਿੱਖਾਂ ਦੇ ਮਨ ਦਾ ਸੰਦੇਹ ਦੂਰ ਕਰਨ ਦੇ ਲਈ ਤੇ ਆਪਣੇ ਸਿੰਘਾਸਣ ਦੇ ਉੱਤੇ ਆਪਣੇ ਤੋਂ ਬਾਅਦ ਥਾਪਣ ਦੇ ਲਈ। ਪਰਖਨ ਇਤ ਸ਼੍ਰੀ ਸਤਿਗੁਰ ਪੂਰੇ, ਜੁਗਲ ਹਕਾਰਨ ਕਰੇ ਹਦੂਰੇ। ਭਾਈ ਰਾਮਾ ਜੀ ਨੂੰ ਤੇ ਸ੍ਰੀ ਰਾਮਦਾਸ ਜੀ ਨੂੰ ਦੋਨਾਂ ਨੂੰ ਪਰਖਣ ਦੇ ਵਾਸਤੇ ਆਪਣੇ ਕੋਲ ਸੱਦਿਆ ਹੈ। ਰਾਮਦਾਸ ਤਬ ਆਏ, ਪਾਸ ਬਾਪਿਕਾ ਗੁਰੂ ਸਿਧਾਏ। ਮਹਾਰਾਜ ਸਾਹਿਬ ਜੀ ਜਿਹੜੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਬਣੀ ਹੋਈ ਹੈ ਉਹਦੇ ਕੋਲ ਬੈਠੇ ਸੀ। ਭਾਈ ਰਾਮਾ ਜੀ ਸ੍ਰੀ ਰਾਮਦਾਸ ਜੀ ਦੋਨੋਂ ਜਣੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਏ। ਲਏ ਲਸ਼ਟ ਕਾ ਹਾਥ ਮਜਾਰੀ, ਬ੍ਰਿਧ ਅਵਸਥਾ ਤਨ ਮੈਂ ਭਾਰੀ। ਮਹਾਰਾਜ ਸਾਹਿਬ ਜੀ ਦੇ ਸਰੀਰ ਦੀ ਅਵਸਥਾ ਬਹੁਤ ਬ੍ਰਿਧ ਹੋ ਚੁੱਕੀ ਸੀ, ਹੱਥ ਦੇ ਵਿੱਚ ਇੱਕ ਸੋਟੀ ਫੜੀ ਹੋਈ ਸੀ। ਖਰੇ ਹੋਏ ਅਵਲੋਕੇ ਉਥਾਨ, ਰਾਮੇ ਸੋ ਤਬ ਕੀਨ ਬਖਾਨ। ਮਹਾਰਾਜ ਸਾਹਿਬ ਜੀ ਉੱਥੋਂ ਉੱਠੇ ਆ, ਉੱਠ ਕੇ ਚੱਲ ਪਏ, ਸਾਰੇ ਸਿੱਖ ਨਾਲ ਚੱਲ ਪਏ ਤੇ ਭਾਈ ਰਾਮਾ ਜੀ ਸ੍ਰੀ ਗੁਰੂ ਰਾਮਦਾਸ ਜੀ ਉਸ ਵੇਲੇ ਭਾਈ ਜੇਠਾ ਜੀ ਉਹ ਵੀ ਨਾਲ ਚੱਲ ਪਏ। ਚੱਲਦੇ ਚੱਲਦੇ ਬੌਲੀ ਦੇ ਇੱਕ ਕੋਨੇ ਤੇ ਪਹੁੰਚੇ ਆ, ਉੱਥੇ ਪਹੁੰਚ ਕੇ ਮਹਾਰਾਜ ਸਾਹਿਬ ਇੱਕ ਥਾਂ ਰੁਕ ਗਏ। ਰਾਮੇ ਸੇ ਤਬ ਕੀਨ ਬਖਾਨ। ਤੇ ਉੱਥੇ ਰੁਕ ਕੇ ਭਾਈ ਰਾਮਾ ਜੀ ਨੂੰ ਇਸ ਤਰ੍ਹਾਂ ਬਚਨ ਕੀਤੇ ਹਨ। ਇਹਾਂ ਹਮਾਰੇ ਬੈਠਨ ਕਾਰਨ, ਰੁਚਿਰ ਬੇਦ ਕਾ ਕਰੋ ਸੁਧਾਰਨ। ਕਹਿੰਦੇ ਭਾਈ ਰਾਮਾ ਜੀ ਅਸੀਂ ਚਾਹੁੰਦੇ ਆ ਇੱਥੇ ਇੱਕ ਬਹੁਤ ਸੋਹਣਾ ਥੜਾ ਬਣਾਇਆ ਜਾਵੇ, ਜਿਹਦੇ ਉੱਤੇ ਅਸੀਂ ਬੈਠ ਕੇ ਸੰਗਤ ਨੂੰ ਦਰਸ਼ਨ ਦਿਆ ਕਰੀਏ ਤੇ ਬੌਲੀ ਦੀ ਸੇਵਾ ਚੱਲਦੀ ਆ, ਹੋਰ ਸੇਵਾਵਾਂ ਚੱਲਦੀਆਂ ਨੇ, ਉਹ ਅਸੀਂ ਇੱਥੇ ਬੈਠ ਕੇ ਆਪ ਦੇਖਿਆ ਕਰੀਏ। ਇਮ ਕੈ ਸਤਿਗੁਰ ਕਰੀ ਲਕੀਰ, ਇਸ ਬਿਦ ਚਿਨਵਾਵੋ ਥਲ ਥੀਰ। ਕਹਿੰਦੇ ਇਸ ਤਰ੍ਹਾਂ ਕਹਿ ਕੇ ਮਹਾਰਾਜ ਸਾਹਿਬ ਜੀ ਨੇ ਇੱਕ ਲਕੀਰ ਖਿੱਚੀ, ਕਹਿੰਦੇ ਇੱਥੇ ਇਦਾਂ ਇਦਾਂ ਇੱਕ ਥੜਾ ਬਣਾ ਦਿਓ ਇਸ ਥਾਂ ਦੇ ਉੱਤੇ। ਬੋਰੋ ਦਿਸ਼ਾ ਦੂਸਰੀ ਗਏ, ਤੈ ਸਥਾਨ ਪਿਕ ਠਾਂਡੇ ਪਏ। ਕਹਿੰਦੇ ਫਿਰ ਬੌਲੀ ਦੇ ਦੂਸਰੇ ਪਾਸੇ ਤੁਰ ਕੇ ਮਹਾਰਾਜ ਸਾਹਿਬ ਜੀ ਚਲੇ ਗਏ, ਇੱਕ ਥਾਂ ਦੇਖ ਕੇ ਉੱਥੇ ਰੁਕ ਗਏ। ਰਾਮਦਾਸ ਕੀ ਦਿਸ਼ਾ ਨਿਹਾਰਾ, ਕਰਨ ਕਾਰ ਕੋ ਗੁਰੂ ਉਚਾਰਾ। ਸ੍ਰੀ ਰਾਮਦਾਸ ਜੀ ਦੇ ਵੱਲ ਦੇਖਿਆ ਮਹਾਰਾਜ ਜੀ ਨੇ, ਦੇਖ ਕੇ ਇਹ ਥੜਾ ਬਣਾਉਣ ਦਾ ਕਾਰਜ ਕਹਿਣ ਲਈ ਇਸ ਤਰ੍ਹਾਂ ਆਖਿਆ ਹੈ। ਇਸ ਦਿਸ਼ ਬੈਠਨ ਹਿਤ ਹਮਾਰੇ, ਥੜੀ ਬਣਾਵੋ ਰੁਚਿਰ ਪ੍ਰਕਾਰੇ। ਕਹਿੰਦੇ ਭਾਈ ਰਾਮਦਾਸ ਜੀ ਅਸੀਂ ਚਾਹੁੰਦੇ ਆ ਇਸ ਪਾਸੇ ਬੈਠ ਕੇ ਅਸੀਂ ਸੇਵਾ ਕਰਾਇਆ ਕਰੀਏ ਤੇ ਸਰੀਰ ਬਜ਼ੁਰਗ ਹੈ, ਕਈ ਵਾਰ ਤੁਰ ਕੇ ਆਉਂਦੇ ਆ, ਬਹਿਣਾ ਹੁੰਦਾ, ਇੱਥੇ ਇੱਕ ਥੜੀ ਬਣੇ ਤੇ ਜਿਸ ਥੜੀ ਤੇ ਬਹਿ ਕੇ ਜਾਂ ਥੜੇ ਤੇ ਬਹਿ ਕੇ ਅਸੀਂ ਸਿੱਖਾਂ ਨੂੰ ਮਿਲ ਲਿਆ ਕਰੀਏ, ਸੇਵਾਵਾਂ ਦੇਖ ਲਿਆ ਕਰੀਏ ਤੇ ਤੁਸੀਂ ਮੇਰਾ ਮਨ ਭਾ ਜਾਏ, ਮੇਰੇ ਮਨ ਨੂੰ ਚੰਗੀ ਲੱਗ ਜਾਏ, ਬੈਠਣ ਲਈ ਬਹੁਤ ਸੋਹਣੀ ਹੋਵੇ, ਇਹੋ ਜੀ ਇੱਕ ਥੜੀ ਜਾਂ ਇੱਕ ਥੜਾ ਬਣਾਓ। ਕਰ ਲਕੀਰ ਕੋ ਤਿਸੇ ਬਤਾਇਓ, ਇਸ ਬਿਦ ਕਹਿ ਕਰ ਤੁਮ ਚਿਨਵਾਇਓ। ਕਹਿੰਦੇ ਉੱਥੇ ਵੀ ਮਹਾਰਾਜ ਸਾਹਿਬ ਜੀ ਨੇ ਇੱਕ ਲਕੀਰ ਖਿੱਚੀ ਚਾਰੇ ਪਾਸੇ ਨੂੰ, ਕਹਿੰਦੇ ਇੱਥੇ ਇਦਾਂ ਕਰਕੇ ਇਦਾਂ ਦੀ ਇੱਕ ਥੜੀ ਬਣਾ ਦਿਓ ਤੇ ਬੜੇ ਪ੍ਰੇਮ ਨਾਲ ਬਣਾਇਓ। ਇਸ ਪਰ ਬੈਠੇ ਪ੍ਰਾਤਾ ਕਾਲ, ਤਿਸ ਪਰ ਸੰਧਿਆ ਹੋਏ ਸੁਖ ਨਾਲ। ਕਹਿੰਦੇ ਇਹ ਜਿਹੜੀ ਥੜੀ ਤੁਸੀਂ ਬਣਾਇਆ ਕਰੋਗੇ, ਇਹਦੇ ਉੱਤੇ ਅਸੀਂ ਸੁਬਾਹ ਦੇ ਵੇਲੇ ਆ ਕੇ ਬੈਠਿਆ ਕਰਾਂਗੇ ਤੇ ਜਿਹੜੀ ਥੜੀ ਭਾਈ ਰਾਮਾ ਜੀ ਬਣਾਉਣਗੇ ਉਸ ਥੜੀ ਦੇ ਉੱਤੇ ਅਸੀਂ ਸ਼ਾਮ ਦੇ ਵੇਲੇ ਸੰਧਿਆ ਦੇ ਵੇਲੇ ਆ ਕੇ ਬੈਠਿਆ ਕਰਾਂਗੇ। ਇਮ ਬਤਾਏ ਸ਼੍ਰੀ ਸਤਿਗੁਰ ਗਏ,
ਤਿਸ ਥਲ ਦੋਨੋਂ ਥਿਰਤਾ ਲਏ। ਇਸ ਤਰ੍ਹਾਂ ਦੱਸ ਕੇ ਗੁਰੂ ਅਮਰਦਾਸ ਸਾਹਿਬ ਜੀ ਵੀ ਥੜੇ ਦੋਨਾਂ ਨੇ ਕਿਵੇਂ ਬਣਾਉਣੇ ਆ ਬਣਾ ਕੇ ਆਪ ਮਹਾਰਾਜ ਸਾਹਿਬ ਜੀ ਆਪਣੇ ਸੁਖਾਸਣ ਸਥਾਨਾਂ ਵੱਲ ਨੂੰ ਜਿੱਥੇ ਆਰਾਮ ਕਰਦੇ ਸੀ ਚਲੇ ਗਏ ਤੇ ਭਾਈ ਰਾਮਾ ਜੀ ਤੇ ਸ੍ਰੀ ਰਾਮਦਾਸ ਜੀ ਭਾਈ ਜੇਠਾ ਜੀ ਇਹ ਦੋਨੋਂ ਜਣੇ ਆਪਣੀ ਆਪਣੀ ਥਾਂ ਤੇ ਰੁਕ ਗਏ। ਪ੍ਰਿਥਕ ਪ੍ਰਿਥਕ ਥਲ ਬੈਠਨ ਕੀਰਾ ਲਗੇ ਕਰਾਵਨ ਕੋ ਤਿਸ ਬੀਰਾ। ਅਲੱਗ ਅਲੱਗ ਦੋ ਥਾਵਾਂ ਜਿੱਥੇ ਮਹਾਰਾਜ ਸਾਹਿਬ ਜੀ ਨੇ ਇੱਕ ਸਵੇਰੇ ਬੈਠਣਾ ਤੇ ਇੱਕ ਸ਼ਾਮ ਨੂੰ ਬੈਠਣਾ ਉਹ ਦੋਨੋਂ ਥਾਵਾਂ ਨੂੰ ਬਣਾਉਣ ਦੇ ਲਈ ਦੋਨੋਂ ਜਣੇ ਹੀ ਭਾਈ ਰਾਮਾ ਜੀ ਤੇ ਸ੍ਰੀ ਰਾਮਦਾਸ ਸਾਹਿਬ ਜੀ ਵੀ ਲੱਗ ਗਏ। ਦਿਨ ਸਗਰੀ ਮੈਂ ਕਾਰ ਕਰਾਏ ਸੰਧਿਆ ਭਈ ਗੁਰੂ ਤਬ ਆਏ। ਸਾਰਾ ਦਿਨ ਲਾਇਆ ਦੋਨਾਂ ਨੇ ਬੜੇ ਪ੍ਰੇਮ ਦੇ ਨਾਲ ਰੀਝ ਦੇ ਨਾਲ ਦੋ ਥੜੇ ਤਿਆਰ ਕੀਤੇ ਹਨ। ਸ਼ਾਮ ਦਾ ਵੇਲਾ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਆ ਗਏ। ਕਰੀ ਜੋਰਾਮੇ ਪੂਰਬ ਹੇਰੀ ਪਰਖਨ ਹਿਤ ਬੋਲੇ ਤਿਸ ਬੇਰੀ। ਜਿਹੜਾ ਥੜਾ ਭਾਈ ਰਾਮਾ ਜੀ ਨੇ ਤਿਆਰ ਕੀਤਾ ਸੀ ਪਹਿਲਾਂ ਆ ਕੇ ਉਹ ਦੇਖਿਆ ਕਿਉਂਕਿ ਕਿਹਾ ਵੀ ਪਹਿਲਾਂ ਭਾਈ ਰਾਮਾ ਜੀ ਨੂੰ ਸੀ ਤੇ ਉਹਨੂੰ ਵੇਖ ਕੇ ਥੜੇ ਨੂੰ ਭਾਈ ਰਾਮਾ ਜੀ ਦੇ ਹਿਰਦੇ ਦੀ ਅਵਸਥਾ ਨੂੰ ਪਰਖਣ ਦੇ ਵਾਸਤੇ ਆਪਣੇ ਲਈ ਨਹੀਂ ਪਰਖਦੇ ਸਿੱਖਾਂ ਲਈ ਪਰਖਦੇ ਨੇ। ਆਪ ਤਾਂ ਜਾਣੀ ਜਾਣ ਨੇ ਸਤਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਚੰਗੇ ਤੇ ਬੁਰੇ ਦੇ ਹਿਰਦੇ ਦੀ ਪੀੜ ਹਿਰਦੇ ਦਾ ਦੁੱਖ ਹਿਰਦੇ ਦਾ ਸੁੱਖ ਹਿਰਦੇ ਦੀ ਹੰਗਤਾ ਮਮਤਾ ਸਭ ਕੁਝ ਜਾਣਦੇ ਨੇ ਸਤਿਗੁਰੂ ਜੀ। ਸਿੱਖਾਂ ਦੇ ਪਰਖਣ ਦੇ ਵਾਸਤੇ ਕਿ ਸਿੱਖਾਂ ਨੂੰ ਸਮਝ ਆ ਜਾਏ ਉੱਤਰਾਧਿਕਾਰੀ ਕੌਣ ਹੈ ਵਾਰਸ ਕੌਣ ਹੈ ਗੁਰੂ ਨਾਨਕ ਦੀ ਗੱਦੀ ਤੇ ਬੈਠਣ ਦੇ ਕਾਬਿਲ ਕੌਣ ਹੈ ਇਸ ਚੀਜ਼ ਨੂੰ ਪਰਖਣ ਦੇ ਲਈ ਸਤਿਗੁਰੂ ਜੀ ਬੋਲੇ ਹਨ। ਇਹ ਤੋ ਨੀਕੀ ਨਹੀਂ ਬਨਾਈ ਬੈਠਨ ਹਿਤ ਨਾ ਹਮਕੋ ਪਾਈ। ਭਾਈ ਰਾਮਾ ਜੀ ਇਹ ਥੜੀ ਕੋਈ ਵਧੀਆ ਨਹੀਂ ਬਣੀ ਅਸੀਂ ਨਹੀਂ ਬਹਿੰਦੇ ਇਸ ਥੜੀ ਤੇ ਸਾਨੂੰ ਪਸੰਦ ਹੀ ਨਹੀਂ ਆਈ ਅਸੀਂ ਕਿਉਂ ਬੈਠੀਏ ਐਸੀ ਥੜੀ ਤੇ ਜਿਹੜੀ ਥੜੀ ਪਸੰਦ ਹੀ ਨਹੀਂ ਹੈ ਸਾਨੂੰ। ਕਰਿਓ ਖੇਦ ਸਭ ਨਿਸ਼ਫਲ ਗਇਓ ਟੇਡੀ ਕੰਧ ਉਸਾਰਤ ਪਇਓ। ਕਿੰਨਾ ਤੁਸੀਂ ਸਾਰਾ ਦਿਨ ਲਾ ਦਿੱਤਾ ਇੰਨਾ ਦੁੱਖ ਝੱਲਿਆ ਤੰਗ ਹੋਏ ਫਿਰ ਵੀ ਤੁਸੀਂ ਕੰਧ ਟੇਢੀ ਕੱਢ ਦਿੱਤੀ। ਢਾਏ ਦਿਓ ਨੇ ਦੇਰ ਕਰੀਜੇ ਹਮਰੋ ਕਹਿਓ ਨੀਕ ਸੁਨ ਲੀਜੇ। ਜੋ ਅਸੀਂ ਕਿਹਾ ਇਹਨੂੰ ਚੰਗੀ ਤਰ੍ਹਾਂ ਸੁਣ ਲਓ ਇਹਨੂੰ ਹੁਣੇ ਢਾ ਦਿਓ। ਇਤ ਦਿਸ਼ ਸੂਦੀ ਪੀਤ ਚਿਨਾਵੋ ਬੌਰ ਬੇਦ ਕਾ ਭਲੇ ਬਨਾਵੋ। ਤੇ ਆ ਜਿਹੜੀ ਇਸ ਪਾਸੇ ਉਹ ਕੰਧ ਬਿੰਗੀ ਕੀਤੀ ਹੈ ਇਹਨੂੰ ਸਿੱਧੀ ਕਰਕੇ ਦੁਬਾਰੇ ਬਹੁਤ ਵਧੀਆ ਇੱਕ ਥੜੀ ਬਣਾਓ। ਸੁਨ ਰਾਮੇ ਮਨ ਭੰਗ ਬਨਿਓ ਹੈ ਨਿਜ ਮਤ ਆਚੀ ਜਾਨ ਪਨਿਓ ਹੈ। ਕਹਿੰਦੇ ਜਿਹੜੇ ਹਿਰਦੇ ਦੇ ਵਿੱਚ ਪ੍ਰੇਮ ਸੀ ਨਾ ਭਾਈ ਰਾਮਾ ਜੀ ਦੇ ਉਹ ਸਾਰਾ ਹੀ ਟੁੱਟ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਬੜੇ ਪ੍ਰੇਮ ਦੇ ਨਾਲ ਕੋਈ ਚੀਜ਼ ਬਣਾਈਏ ਨਾ ਤੇ ਉਸ ਤੋਂ ਬਾਅਦ ਅਗਲਾ ਕਹਿ ਦਵੇ ਵੀ ਇਹ ਨਾ ਇਹ ਨਹੀਂ ਕਿਸੇ ਕੰਮ ਦੀ ਬਣਾਉਣ ਵਾਲੇ ਦਾ ਸਾਰਾ ਹੀ ਦਿਲ ਟੁੱਟ ਜਾਂਦਾ। ਤੇ ਟੁੱਟਦਾ ਕਿਉਂ ਹੈ ਕਿਉਂਕਿ ਅੰਦਰ ਦਾ ਜਿਹੜਾ ਥੜਾ ਹੁੰਦਾ ਨਾ ਉਹ ਕਮਜ਼ੋਰ ਹੁੰਦਾ ਤੇ ਭਾਵਨਾ ਤਾਂ ਬੜੀ ਸੀ ਪਰ ਅੰਦਰ ਦਾ ਥੜਾ ਕਮਜ਼ੋਰ ਸੀ। ਇਹ ਥੜੇ ਬਣਾਏ ਨਹੀਂ ਸੀ ਜਾ ਰਹੇ ਇਹ ਥੜੇ ਪਰਖੇ ਜਾ ਰਹੇ ਸੀ ਕਿਹਦਾ ਮਜ਼ਬੂਤ ਹੈ ਤੇ ਕਿਹਦਾ ਕਮਜ਼ੋਰ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਉਹ ਸਾਰਾ ਜਿਹੜਾ ਹਿਰਦੇ ਦਾ ਪ੍ਰੇਮ ਸੀ ਨਾ ਉਹ ਚਕਨਾਚੂਰ ਹੋ ਗਿਆ ਅੰਦਰ ਮਨ ਜਿਹੜਾ ਦੁਖੀ ਹੋ ਗਿਆ ਬਹੁਤ ਜ਼ਿਆਦਾ। ਤੇ ਭਾਈ ਰਾਮਾ ਜੀ ਇਸ ਤਰ੍ਹਾਂ ਬੋਲੇ ਆ ਫਿਰ ਜਿਮ ਤੁਮ ਕਹਿਓ ਤਥਾ ਬਨਵਾਈ ਕੋ ਕਾਰਨ ਪਾਰਿਦੇ ਨਾ ਪਾਈ। ਮਹਾਰਾਜ ਜਿਵੇਂ ਤੁਸੀਂ ਦੱਸ ਕੇ ਗਏ ਹੋ ਮੈਂ ਤਾਂ ਉਦਾਂ ਹੀ ਬਣਵਾਈ ਹੈ ਕੀ ਕਾਰਨ ਹੋਇਆ ਮੈਨੂੰ ਨਹੀਂ ਸਮਝ ਆਈ ਵੀ ਤੁਹਾਨੂੰ ਕਿਉਂ ਨਹੀਂ ਚੰਗੀ ਲੱਗੀ ਇਹ ਥੜੀ। ਸੁੰਦਰ ਬਨੀ ਬੈਠ ਬੇ ਲਾਇਕ
ਸਮੁਖ ਖਰੇ ਦਰਸੇ ਜੈ ਪਾਇਕ। ਮਹਾਰਾਜ ਬਹੁਤ ਸੁੰਦਰ ਬਣੀ ਹੈ, ਤੁਹਾਡੇ ਬੈਠਣ ਦੇ ਕਾਬਲ ਹੈ ਇਹ, ਤੇ ਤੁਸੀਂ ਬੈਠੋ ਇੱਥੇ ਆ ਕੇ, ਤੁਹਾਨੂੰ ਸੰਗਤਾਂ ਆ ਕੇ ਨਮਸਕਾਰ ਕਰਨਗੀਆਂ, ਦੇਖਣਗੀਆਂ ਆ ਕੇ ਥੜੀ ਨੂੰ ਕਿ ਕਿੰਨੀ ਸੁੰਦਰ ਬਣੀ ਹੈ। ਮੇਰੋ ਦੋਸ਼ ਨਿਆ ਮੈਂ ਕੋਈ, ਆਪ ਕਈ ਜਿਮ ਤਥਾ ਸੋ ਹੋਈ। ਮਹਾਰਾਜ ਮੇਰਾ ਕੋਈ ਦੋਸ਼ ਨਹੀਂ ਹੈ ਇਹਦੇ ਚ, ਜਿਵੇਂ ਤੁਸੀਂ ਕਹਿ ਕੇ ਗਏ ਸੀ ਉਵੇਂ ਥੜੀ ਬਣਾ ਦਿੱਤੀ ਹੈ ਮੈਂ। ਮਹਾਰਾਜ ਇਹਦੇ ਚ ਮੇਰਾ ਕੀ ਦੋਸ਼ ਹੈ, ਜਿਵੇਂ ਦੀ ਤੁਸੀਂ ਕਹਿ ਕੇ ਗਏ ਸੀ ਉਵੇਂ ਦੀ ਥੜੀ ਬਣੀ ਹੈ। ਹਾਂਜੀ। ਕੀਨ ਜਤਨ ਮੈਂ ਭਲੇ ਸੁਧਾਰੀ, ਜਿਮ ਰਾਵਰ ਨੇ ਰੀਤ ਉਚਾਰੀ। ਜਿਵੇਂ ਤੁਸੀਂ ਕਿਹਾ ਸੀ ਉਵੇਂ ਹੀ ਥੜਾ ਬਣਾਇਆ ਗਿਆ। ਹਾਂਜੀ। ਇਮਰਾਮਾ ਕਹਿ ਰਿਹੋ ਕਨੇਰਾ, ਸ਼੍ਰੀ ਗੁਰ ਟਹਿਵਾਏ ਤਿਸ ਬੇਰਾ। ਬੜਾ ਜ਼ੋਰ ਲਾਇਆ ਭਾਈ ਰਾਮੇ ਨੇ। ਮਹਾਰਾਜ ਨਹੀਂ, ਮਹਾਰਾਜ ਬਹੁਤ ਸੋਹਣਾ ਥੜਾ ਬਣਿਆ, ਮਹਾਰਾਜ ਬਹੁਤ ਸੋਹਣਾ ਥੜਾ ਬਣਿਆ। ਪਰ ਮਹਾਰਾਜ ਜੀ ਨੇ ਇੱਕ ਨਹੀਂ ਸੁਣੀ, ਕਿਉਂਕਿ ਪ੍ਰੀਖਿਆ ਚੱਲ ਰਹੀ ਹੈ, ਤੇ ਕਹਿੰਦੇ ਢਾ ਦੋ ਇਹਨੂੰ। ਉਸੇ ਵੇਲੇ ਢਵਾ ਦਿੱਤਾ ਉਹ ਥੜਾ। ਨਿਜ ਕਰ ਛਰੀ ਲਕੀਰ ਨਿਕਾਰੀ, ਕਯੋ ਕਰੋ ਇਸ ਰੀਤ ਸੁਧਾਰੀ। ਜਿਹੜੀ ਸੋਟੀ ਹੱਥ 'ਚ ਫੜੀ ਹੋਈ ਸੀ ਉਹਦੇ ਨਾਲ ਦੁਬਾਰੇ ਫੇਰ ਇੱਕ ਲੀਕ ਖਿੱਚ ਦਿੱਤੀ, ਕਹਿੰਦੇ ਇੱਧਰ ਨੂੰ ਇਦਾਂ ਕਰਕੇ ਇਦਾਂ ਦੁਬਾਰੇ ਥੜੀ ਬਣਾਓ। ਤੈਂ ਤੇ ਚੱਲ ਦੂਸਰ ਦਿਸ਼ ਗਏ, ਰਾਮਦਾਸ ਟਿਗ ਠਾਂਡੇ ਪਏ। ਉੱਥੋਂ ਮਹਾਰਾਜ ਸਾਹਿਬ ਜੀ ਚੱਲੇ ਆ, ਸੰਗਤਾਂ ਵੀ ਨਾਲ ਨੇ, ਤੇ ਉਸ ਥਾਂ ਤੇ ਪਹੁੰਚ ਗਏ ਜਿੱਥੇ ਸ੍ਰੀ ਰਾਮਦਾਸ ਜੀ ਨੇ, ਭਾਈ ਜੇਠਾ ਜੀ ਨੇ ਥੜਾ ਬਣਾਇਆ ਹੋਇਆ ਹੈ। ਪਦ ਅਰਬਿੰਦ ਬੰਦਨਾ ਕਰਕੇ, ਖਰੋ ਰਿਓ ਨਿਜ ਗਰੀਵ ਨਿਹਰ ਕੇ। ਜਦੋਂ ਭਾਈ ਜੇਠਾ ਜੀ ਨੇ ਦੇਖਿਆ ਨਾ ਵੀ ਗੁਰੂ ਮਹਾਰਾਜ ਸਾਹਿਬ ਜੀ ਆਏ ਹੈ, ਖੜਾ ਹੋਇਆ ਹੈ, ਖੜਾ ਹੋ ਕੇ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ, ਬੜੇ ਪ੍ਰੇਮ ਦੇ ਨਾਲ ਨਮਸਕਾਰ ਕਰਕੇ ਸਿਰ ਨੀਵਾਂ ਕਰਕੇ ਸਤਿਗੁਰਾਂ ਦੇ ਅੱਗੇ ਖਲੋ ਗਿਆ ਹੈ। ਸ਼੍ਰੀ ਗੁਰੂ ਅਮਰਦਾਸ ਪਿਖ ਕਹਿਓ, ਹਮਰੋ ਆਸ਼ੈ ਤੈਨੇ ਲਇਓ। ਮਹਾਰਾਜ ਸਾਹਿਬ ਜੀ ਕਹਿੰਦੇ ਜਿਵੇਂ ਅਸੀਂ ਕਹਿ ਕੇ ਗਏ ਸੀ ਭਾਈ ਜੇਠਾ ਜੀ, ਤੂੰ ਉਹ ਗੱਲ ਨੂੰ ਸਮਝਿਆ ਨਹੀਂ। ਜਥਾ ਬਤਾਈ ਤਥਾ ਨ ਕਰੀ, ਬਕਰ ਪੀਤ ਰਚ ਕੀ ਨਸ ਥਰੀ। ਕਹਿੰਦੇ ਐਵੇਂ ਬਿੰਗੀ ਟੇਢੀ ਕੰਧ ਬਣਾ ਕੇ ਆ ਥੜਾ ਬਣਾ ਦਿੱਤਾ, ਜਿੱਦਾਂ ਅਸੀਂ ਕਹਿ ਕੇ ਗਏ ਸੀ ਤੁਸੀਂ ਉਦਾਂ ਨਹੀਂ ਬਣਾਇਆ। ਭਾਈ ਨ ਬੈਠਨ ਉਚਿਤ ਹਮਾਰੇ, ਇਸ ਕਾਰਨ ਤੇ ਕਰੋ ਬਿਦਾਰੇ। ਇਹ ਸਾਡੇ ਬੈਠਣ ਦੇ ਕਾਬਲ ਥੜੀ ਤੇਰੇ ਕੋਲੋਂ ਨਹੀਂ ਬਣੀ, ਇਸ ਕਰਕੇ ਇਹਨੂੰ ਤੋੜ ਦੇ। ਗੁਰ ਤੇ ਸੁਨ ਸ਼ੰਕਤ ਮਨ ਹੋਇ ਕੈ, ਤਾਤ ਕਾਲ ਨਿਜ ਹਾਥ ਗਿਰੈ ਕੈ। ਕਹਿੰਦੇ ਜਦੋਂ ਮਹਾਰਾਜ ਸਾਹਿਬ ਜੀ ਦੇ ਬਚਨ ਸ੍ਰੀ ਰਾਮਦਾਸ ਜੀ ਨੇ ਸੁਣੇ ਨਾ, ਕਹਿੰਦੇ ਮਨ ਜਿਹੜਾ ਨਾ ਇੱਕਦਮ ਡਰ ਗਿਆ, ਮਨ ਦੇ ਅੰਦਰ ਗੁਰੂ ਦਾ ਭੈ ਜਾਗਿਆ। ਉਸੇ ਵੇਲੇ ਜਿਹੜੇ ਔਜ਼ਾਰਾਂ ਦੇ ਨਾਲ ਉਹ ਥੜੀ ਕਰਨੀ ਆਦਿਕ ਜਿਹੜੇ ਹੁੰਦੇ ਨੇ ਬਣਾਈ ਸੀ, ਉਹਨਾਂ ਨਾਲ ਉਦਾਂ ਹੀ ਢਾ ਦਿੱਤੀ ਫਟਾਫਟ। ਨਮਰ ਹੋਏ ਬੂਜੀ ਬਿਦ ਫੇਰੀ, ਬਖਸ਼ੋ ਅਬੇ ਅਵਗਿਆ ਮੇਰੀ। ਬੜੇ ਨਿਮਰਤਾ ਚ ਆ ਕੇ ਮਹਾਰਾਜ ਜੀ ਮੇਰੇ ਤੋਂ ਗਲਤੀ ਹੋ ਗਈ, ਜਿਵੇਂ ਆਪ ਜੀ ਨੇ ਕਿਹਾ ਸੀ ਮੈਂ ਉਵੇਂ ਨਹੀਂ ਬਣਾ ਸਕਿਆ, ਮਹਾਰਾਜ ਮੇਰੀ ਅਵਗਿਆ ਬਖਸ਼ ਦੋ। ਮੈਂ ਮਤਹੀਨ ਸਕਿਓ ਨੇ ਜਾਨ, ਬਹੁਰ ਬਤਾਵੋ ਕਿਰਪਾ ਨਿਦਾਨ। ਮਹਾਰਾਜ ਮੈਂ ਮਤਹੀਨ ਹੈ, ਮਹਾਰਾਜ ਮੈਨੂੰ ਇੰਨੀ ਮਤ ਨਹੀਂ ਹੈ ਕਿ ਜਿਸ ਮਤ ਨਾਲ ਆਪ ਜੀ ਦੱਸਦੇ ਹੋ ਨਾ, ਮੈਂ ਉਹਨੂੰ ਆਪਣੀ ਮਤ ਨਾਲ ਪਕੜ ਕੇ ਉਦਾਂ ਦੀ ਥੜੀ ਬਣਾ ਸਕਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਸਿੱਖ ਦੇ ਹਿਰਦੇ ਦੀ ਸਿੱਖੀ। ਕੀ ਕਹਿ ਰਹੇ ਆ ਸਾਰੀ ਸੰਗਤ ਪੜੋ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਤੂੰ ਸਮਰੱਥ ਵੱਡਾ,
ਮੇਰੀ ਮਤ ਤੋਰੀ RAM। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM। ਤੂੰ ਸਮਰੱਥ ਵੱਡਾ ਮੇਰੀ ਮਤ ਤੋਰੀ RAM। ਤੂੰ ਸਮਰੱਥ ਵੱਡਾ ਮੇਰੀ ਮਤ ਤੋਰੀ RAM। ਮੇਰੀ ਮਤ ਥੋਰੀ RAM। ਮੇਰੀ ਮਤ ਥੋਰੀ RAM। ਮੇਰੀ ਮਤ ਤੋਰੀ RAM। ਮੇਰੀ ਮਤ ਤੋਰੀ RAM। ਮੇਰੀ ਮਤ ਥੋਰੀ RAM। ਮੇਰੀ ਮਤ ਥੋਰੀ RAM। ਮੇਰੀ ਮਤ ਤੋਰੀ RAM। ਮੇਰੀ ਮਤ ਤੋਰੀ RAM। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM। ਪਲ ਹੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੋਰੀ RAM। ਮਹਾਰਾਜ ਆਪ ਜੀ ਸਰਬ ਕਲਾ ਸਮਰੱਥ ਹੋ। ਮਹਾਰਾਜ ਆਪ ਜੀ ਦੀ ਮਤ 'ਚ ਕਿੱਦਾਂ ਦਾ ਖਿਆਲ ਬਣਦਾ, ਮਹਾਰਾਜ ਮੇਰੀ ਮਤ ਉਸ ਖਿਆਲ ਨੂੰ ਪਕੜ ਕੇ ਉਦਾਂ ਦਾ ਥੜਾ ਬਣਾ ਨਹੀਂ ਸਕਦੀ। ਆਪ ਜੀ ਕਿਰਪਾ ਕਰਕੇ ਦੁਬਾਰੇ ਸਮਝਾਓ ਮਹਾਰਾਜ, ਤਾਂ ਕਿ ਮੈਂ ਉਦਮ ਕਰ ਸਕਾਂ, ਆਪ ਜੀ ਦੇ ਕਹੇ ਅਨੁਸਾਰ ਬਣਾ ਸਕਾਂ। ਤਬ ਸਤਿਗੁਰ ਨੇ ਕੀਨ ਲਕੀਰ ਅਪਰ ਬਤਾਈ ਸਭ ਤਤਬੀਰ। ਮਹਾਰਾਜ ਸਾਹਿਬ ਜੀ ਨੇ ਫੇਰ ਦੂਸਰੇ ਵਾਰ ਲਕੀਰ ਖਿੱਚ ਦਿੱਤੀ ਤੇ ਦੱਸ ਦਿੱਤਾ, ਏਦਾਂ ਥੜਾ ਬਣਾਓ। ਕਰੋ ਚਿਨਾਵਨ ਦੋਨੋਂ ਫੇਰੇ ਇਮ ਕੈ ਸ਼੍ਰੀ ਗੁਰ ਗਮਨੇ ਡੇਰੇ। ਕਹਿੰਦੇ ਭਾਈ ਤੁਸੀਂ ਦੋਨੋਂ ਜਣੇ ਦੁਬਾਰੇ ਆਪਣੇ ਥੜੇ ਤਿਆਰ ਕਰੋ। ਇਸ ਤਰ੍ਹਾਂ ਕਹਿ ਕੇ ਮਹਾਰਾਜ ਆਪਣੇ ਡੇਰੇ ਆਸਣ ਤੇ ਚਲੇ ਗਏ। ਨਿਸਾ ਬਿਤੇ ਉੱਠ ਕਰ ਪੁਨਸਾਰ ਲਗੇ ਕਰਾਵਨ ਦੋਨੋਂ ਕਾਰ। ਕਹਿੰਦੇ ਉਧਰ ਸੰਧਿਆ ਦਾ ਵੇਲਾ ਸੀ। ਭਾਈ ਰਾਮਾ ਜੀ ਵੀ ਭਾਈ ਜੇਠਾ ਜੀ ਵੀ ਵਾਪਸ ਆਪਣੇ ਸੁਖਾਸਣ ਸਥਾਨ ਤੇ ਜਿੱਥੇ ਆਰਾਮ ਕਰਦੇ ਸੀ ਚਲੇ ਗਏ। ਰਾਤ ਬੀਤੀ, ਅੰਮ੍ਰਿਤ ਵੇਲਾ ਹੋਇਆ, ਦੋਨੋਂ ਜਣੇ ਉੱਠੇ ਆ, ਦਰਬਾਰ ਦੀ ਹਾਜ਼ਰੀ ਭਰੀ ਆ। ਉਸ ਤੋਂ ਬਾਅਦ ਆਪਣੀ ਸੇਵਾ ਤੇ ਦਿਨ ਚੜੇ ਦੇ ਨਾਲ ਆ ਕੇ ਕਾਰਜ ਆਰੰਭ ਕਰ ਦਿੱਤਾ ਹੈ। ਜਿਮ ਕੀਨੋ ਸਤਿਗੁਰ ਫੁਰਮਾਵਨ ਤਿਮ ਸੁਚੇਤ ਵੈ ਲਾਗ ਬਨਾਵਨ। ਜਿਵੇਂ ਮਹਾਰਾਜ ਸਾਹਿਬ ਜੀ ਨੇ ਦੱਸਿਆ ਸੀ ਉਵੇਂ ਹੀ ਬੜੇ ਸਾਵਧਾਨ ਹੋ ਕੇ ਬਣਾਉਣਾ ਸ਼ੁਰੂ ਕਰਨ ਲੱਗੇ ਹਨ। ਭਲੀ ਰੀਤ ਸੋ ਜੁਗਲ ਸੁਧਾਰੀ ਪੰਕ ਈਟ ਕਾ ਸੁੰਦਰ ਸਾਰੀ। ਜਿਹੜਾ ਉਸ ਸਮੇਂ ਗਾਰੇ 'ਚ ਚਣਾਈ ਹੁੰਦੀ ਸੀ, ਗਾਰਾ ਤੇ ਇੱਟਾਂ ਬੜੇ ਵਧੀਆ ਤਰੀਕੇ ਦੇ ਨਾਲ ਪਹਿਲਾਂ ਇੱਟਾਂ ਸਾਫ਼ ਕਰੀਆਂ ਨੇ, ਫਿਰ ਗਾਰਾ ਤਿਆਰ ਕੀਤਾ। ਦੋਨਾਂ ਨੇ ਹੀ, ਭਾਈ ਰਾਮਾ ਜੀ ਨੇ ਵੀ ਭਾਈ ਜੇਠਾ ਜੀ ਨੇ ਵੀ ਤਿਆਰੀ ਕਰ ਲਈ ਹੈ ਥੜਾ ਬਣਾਉਣ ਦੀ। ਸ਼੍ਰੀ ਗੁਰ ਜਾਣਿਓ ਸੰਧਿਆ ਕਾਲ ਚਲੇ ਬਾਵਲੀ ਦਿਸ਼ਾ ਕਿਰਪਾਲ। ਤੇ ਤਿਆਰ ਕਰਕੇ ਸਾਰਾ ਦਿਨ ਲਾ ਕੇ ਦੋਨਾਂ ਨੇ ਆਪਦੇ ਵੱਲੋਂ ਬੜੇ ਸੋਹਣੇ ਥੜੇ ਤਿਆਰ ਕੀਤੇ ਆ। ਇੰਨੇ ਨੂੰ ਸੰਧਿਆ ਦਾ ਵੇਲਾ ਹੋ ਗਿਆ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਾਣ ਕੇ ਕਿ ਸੰਧਿਆ ਦਾ ਸਮਾਂ ਹੋਇਆ ਹੈ, ਜਾ ਕੇ ਦੇਖੀਏ ਥੜੇ ਕਿੱਦਾਂ ਬਣੇ ਐ। ਤੇ ਬੌਲੀ ਸਾਹਿਬ ਵੱਲ ਨੂੰ ਤੁਰ ਪਏ, ਨਾਲ ਸੰਗਤ ਵੀ ਤੁਰ ਪਈ ਹੈ। ਪ੍ਰਥਮ ਜਾ ਰਾਮੇ ਨੇ ਕਰੀ ਆਨ ਬਿਲੋਕਨ ਕੀ ਨਸਥਰੀ। ਫੇਰ ਭਾਈ ਰਾਮਾ ਜੀ ਦੇ ਕੋਲ ਆ ਗਏ, ਜਿੱਥੇ ਥੜਾ ਭਾਈ ਰਾਮਾ ਜੀ ਨੇ ਬਣਾਇਆ ਸੀ। ਆ ਕੇ ਮਹਾਰਾਜ ਜੀ ਨੇ ਦੇਖਿਆ। ਕਯੋ ਤਾਏ ਏ ਕਰੀ ਨ ਆਛੀ ਤਥਾ ਬਨੀ ਨਾ ਜਥਾ ਹਮ ਬਾਛੀ। ਕਹਿੰਦੇ ਥੜਾ ਭਾਈ ਰਾਮਾ ਜੀ ਹੁਣ ਫੇਰ ਉਵੇਂ ਨਹੀਂ ਬਣਿਆ ਜਿਵੇਂ ਅਸੀਂ ਚਾਹੁੰਦੇ ਸੀ। ਸਾਡੀ ਇੱਛਾ ਅਨੁਸਾਰ ਨਹੀਂ ਬਣਿਆ ਕਿ ਅਸੀਂ ਥੜੇ ਨੂੰ ਦੇਖੀਏ ਤੇ ਦੇਖ ਕੇ ਸਾਡਾ ਦਿਲ ਖੁਸ਼ ਹੋ ਜਾਏ। ਇਦਾਂ ਦਾ ਥੜਾ ਰਾਮਾ ਜੀ ਨਹੀਂ ਬਣਿਆ। ਕਰੋ ਬਿਦਾਰਨ ਫੇਰ ਬਨਾਵੋ ਬਿਨ ਮਤ ਤੇ ਸ਼ਰਮ ਬਾਦ ਕਰਾਵੋ। ਕਹਿੰਦੇ ਇਹਨੂੰ ਢਾਓ ਦੁਬਾਰੇ ਬਣਾਓ। ਕਹਿੰਦੇ ਹੁਣ ਬਿਨਾ ਅਕਲ ਤੋਂ ਬਿਨਾ ਸਮਝੇ ਤੋਂ ਉਹੀ ਮਿਹਨਤ ਖਰਾਬ ਕਰੀ ਜਾਂਦੇ ਹੋ ਆਪ ਦੀ ਇੰਨੀ ਕਰਕੇ। ਤੁਸੀਂ ਨਹੀਂ, ਇਹਨੂੰ ਢਾਓ, ਢਾ ਕੇ ਦੁਬਾਰੇ ਬਣਾਓ। ਸੁਨ ਰਾਮੇ ਨਿਜ ਹਿਰਦੇ ਵਿਚਾਰਾ
ਮੈਂ ਨੀਕੇ ਥਲ ਥਰੀ ਸੁਧਾਰਾ। ਫੇਰ ਭਾਈ ਰਾਮਾ ਆਪਣੇ ਮਨ 'ਚ ਸੋਚਣ ਲੱਗ ਗਿਆ, ਕਹਿੰਦੇ ਮੈਂ ਤਾਂ ਥੜਾ ਬਹੁਤ ਸੋਹਣਾ ਬਣਾਇਆ। ਜਦੋਂ ਆਪਾਂ ਗੁਰੂ ਘਰ 'ਚ ਆਉਨੇ ਆ ਨਾ, ਸੇਵਾ ਕਰਦੇ ਆ, ਤੇ ਮਨ ਦੇ ਵਿੱਚ 3600 ਗਿਣਤੀਆਂ ਗਿਣਦੇ ਆ, ਕੋਈ ਸੇਵਾ ਕਰਕੇ ਕਿ ਮੈਨੂੰ ਸਰੋਪਾ ਨਹੀਂ ਮਿਲਿਆ, ਮੈਨੂੰ ਸਤਿਕਾਰ ਨਹੀਂ ਮਿਲਿਆ, ਮੈਨੂੰ ਇਹ ਨਹੀਂ ਮਿਲਿਆ, ਮੈਂ ਇਹ ਸੇਵਾ ਕੀਤੀ ਹੈ। ਗੁਰਮੁਖੋ, ਪ੍ਰਬੰਧਕਾਂ ਦਾ ਜਾਂ ਸਮਾਜ ਦੇ ਲੋਕਾਂ ਦਾ ਸਨਮਾਨ ਕੁਝ ਮਾਇਨੇ ਨਹੀਂ ਰੱਖਦਾ। ਗੁਰੂ ਸਾਹਿਬ ਹਰ ਦੇ ਹਿਰਦੇ ਦੀ ਜਾਣਦੇ ਨੇ। ਜਿਹੋ ਜੀ ਕੋਈ ਸੇਵਾ ਕਰਦਾ ਉਹੋ ਜਿਹਾ ਫਲ ਉਹਦੀ ਝੋਲੀ 'ਚ ਪਾ ਕੇ ਤੋਰਦੇ ਆ। ਇਹ ਮਨ 'ਚ ਸ਼ੰਕਾ ਨਾ ਕਰਿਆ ਕਰੋ, ਕਿਉਂਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਮਨ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਗਿਣਨੀਆਂ ਸ਼ੁਰੂ ਕਰ ਦਿੰਨੇ ਆ। ਹੁਣ ਮਹਾਰਾਜ ਸਾਹਿਬ ਜੀ ਨੇ ਆ ਕੇ ਕਿਹਾ ਥੋੜਾ ਸਹੀ ਨਹੀਂ ਬਣਿਆ, ਫੇਰ ਭਾਈ ਰਾਮਾ ਜੀ ਦੇ ਮਨ ਦੀ ਮਸ਼ੀਨ ਤੇਜ਼ ਹੋ ਗਈ ਐ। ਕਹਿਣ ਲਗਿਓ ਮੈਂ ਤਥਾ ਬਨਾਈ, ਜਿਸ ਬਿਦ ਤੁਮਨੇ ਦੀਨ ਬਤਾਈ। ਮਨ ਦੇ ਵਿੱਚ ਸੋਚ ਕੇ ਬੋਲ ਪਿਆ। ਫਿਰ ਕਿੱਥੇ ਮਨ ਰੁਕਦਾ ਕਦੇ ਕਿਸੇ ਦਾ? ਕਿਸੇ ਦਾ ਮਨ ਰੁਕਦਾ ਨਹੀਂ। ਤਾਂ ਅੱਧੇ ਕਲੇਸ਼ ਜਿਹੜੇ ਆ ਸਮਾਜ ਦੇ ਵਿੱਚ, ਘਰਾਂ ਦੇ ਵਿੱਚ, ਇਸ ਮਨ ਦੇ ਪਾਏ ਹੋਏ ਆ। ਕੋਈ ਮਾੜੀ ਜੀ ਗੱਲ ਇੱਕ ਬੰਦਾ ਦੂਸਰੇ ਨੂੰ ਕਹਿ ਦੇ, ਉਹਦਾ ਮਨ ਰੁਕਦਾ ਹੀ ਨਹੀਂ ਹੈ ਜਿੰਨੀ ਦੇਰ ਬੋਲੇ ਨਾ। ਤੇ ਜਦੋਂ ਦੋਨਾਂ ਦੇ ਮਨ ਬੋਲਣ ਲੱਗ ਪੈਂਦੇ ਆ, ਫਿਰ ਹੁੰਦਾ ਕੀ ਹੈ? ਕਲੇਸ਼, ਕਲਾ, ਝਗੜਾ। ਤੇ ਉਸ ਦਾ ਫਲ ਕੀ ਮਿਲਦਾ? ਪਰਿਵਾਰ ਖਰਾਬ ਹੋ ਜਾਂਦੇ ਆ। ਚਲੋ ਇਹ ਤਾਂ ਦੁਨੀਆਦਾਰੀ ਦੀ ਗੱਲ ਹੈ। ਇੱਥੇ ਤਾਂ ਧਾਰਮਿਕ ਲੋਕਾਂ ਦੇ ਮਨ ਨਹੀਂ ਰੁਕਦੇ ਬੋਲੇ ਤੋਂ ਬਿਨਾ। ਕੋਈ ਕਹਿ ਕੇ ਤਾਂ ਦੇਖੇ। ਕਹਿੰਦੇ ਜਿਵੇਂ ਕੋਈ ਸਾਧੂ ਸੀ, ਸਰੀਰ ਦੇ ਉੱਤੇ ਸੁਆਹ ਮਲੀ ਸੀ, ਧੂਣੀ ਮਲੀ ਸੀ, ਨਾਮ ਧੂਣੀ ਦਾਸ ਰੱਖਿਆ ਸੀ, ਤੇ ਬੈਠਾ ਸੀ। ਕਿਸੇ ਮਹਾਤਮਾ ਨੇ ਦੇਖਿਆ ਵੀ ਦੇਖੀਏ ਸੁਆਹ ਮਲੀ ਹੈ, ਵੀ ਅੰਦਰ ਅੱਗ ਬਲੀ ਹੈ ਕਿ ਨਾ। ਉਹ ਜਾਂਦੇ ਜਾਂਦੇ ਉਹਦੇ ਚੁੰਡੀ ਵੱਢ ਕੇ ਵੇਖ ਲਈ, ਤੇ ਬਾਬਾ ਧੂਣੀ ਦਾਸ ਤਾਂ ਜਿਹਨੇ ਸੁਆਹ ਮਲੀ ਸੀ ਪਿੰਡੇ ਤੇ ਹੋ ਗਿਆ ਲੋਹਾ ਲਾਖਾ। ਕਹਿੰਦਾ ਤੂੰ ਕੌਣ ਹੁੰਦਾ ਮੇਰੇ ਚੁੰਡੀ ਮਾਰਨ ਵਾਲਾ? ਉਹ ਕਹਿੰਦਾ ਬਾਬਾ ਮੈਂ ਕੋਈ ਨਹੀਂ ਹੁੰਦਾ, ਮੈਂ ਤਾਂ ਦੇਖਣਾ ਸੀ ਵੀ ਧੂਣੀ ਦਾਸ ਧੂਣੀ ਬਣਿਆ ਵੀ ਹੈ ਕਿ ਅੰਦਰ ਅੱਗ ਧੁਖਦੀ ਹੈ। ਜੇ ਇਹ ਵੱਡੇ ਵੱਡੇ ਧਰਮੀ ਲੋਕਾਂ ਦੇ, ਵੱਡੇ ਵੱਡੇ ਕਹਾਉਣ ਵਾਲਿਆਂ ਦੇ ਅੰਦਰ ਵੀ ਅੱਗ ਧੁਖਦੀ ਰਹਿੰਦੀ ਹੈ। ਤੇ ਅੱਗ ਕੁਛ ਕਹਿ ਕੇ ਦੇਖੋ, ਉਦੋਂ ਹੀ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ। ਉੱਥੋਂ ਪਤਾ ਚੱਲ ਜਾਂਦਾ ਹੈ ਵੀ ਧਰਮ ਦੇ ਮਾਰਗ ਦਾ ਇਹਨੇ ਇੱਕ ਪੈਂਡਾ ਵੀ ਤੈਅ ਨਹੀਂ ਕੀਤਾ, ਜੇ ਇੱਕ ਕਦਮ ਵੀ ਨਹੀਂ ਤੁਰਿਆ ਧਰਮ ਦੇ ਮਾਰਗ ਤੇ। ਕਿਉਂਕਿ ਅੰਦਰਲਾ ਮਨ ਜਿਹੜਾ ਟਪੂਸੀਆਂ ਮਾਰਦਾ ਬਾਂਦਰ ਵਾਂਗੂ, ਕੁਛ ਕਹਿ ਕੇ ਦੇਖੋ ਉਦੋਂ ਹੀ ਟੱਪਣ ਲੱਗ ਪੈਂਦਾ ਮਨ। ਤੇ ਭਾਈ ਰਾਮਾ ਜੀ ਮਾੜੀ ਜੀ ਗੱਲ ਕਹੀ ਆ ਮਹਾਰਾਜ ਜੀ ਨੇ ਵੀ ਥੜਾ ਠੀਕ ਨਹੀਂ ਬਣਿਆ। ਫੇਰ ਮਨ ਵਿਚਾਰਾਂ ਕਰਨ ਲੱਗ ਪਿਆ, ਬੋਲਣ ਲੱਗ ਪਿਆ। ਕਹਿੰਦਾ ਮਹਾਰਾਜ ਜਿਵੇਂ ਤੁਸੀਂ ਕਹਿ ਕੇ ਗਏ ਸੀ, ਥੜਾ ਤਾਂ ਮੈਂ ਉਦਾਂ ਹੀ ਬਣਾਇਆ। ਬਨੀ ਰੁਚਰ ਬੈਠ ਬੇ ਕੇ ਜੋਗ, ਦੇਖਤ ਕਰੇ ਸਰਾਹਨ ਲੋਗ। ਮਹਾਰਾਜ ਬੜੀ ਸੋਹਣੀ ਬਣੀ ਹੈ। ਜਿੰਨੇ ਲੋਕ ਦੇਖ ਕੇ ਗਏ ਆ ਨਾ, ਸਾਰੇ ਸਿਫਤਾਂ ਕਰਕੇ ਗਏ ਆ। ਕਿਸੇ ਨੇ ਨਹੀਂ ਕਿਹਾ ਵੀ ਵਧੀਆ ਨਹੀਂ ਬਣੀ। ਕਹਿੰਦੇ ਜਿਹੜਾ ਵੀ ਦੇਖਦਾ ਸੀ ਕਹਿੰਦਾ ਸੀ ਭਾਈ ਰਾਮਾ ਤੁਸੀਂ ਥੜਾ ਬਹੁਤ ਸੋਹਣਾ ਬਣਾਇਆ। ਮਹਾਰਾਜ ਸਾਰੇ ਬੰਦੇ ਸਿਫਤਾਂ ਕਰ ਗਏ ਆ, ਤੁਹਾਨੂੰ ਕਿਉਂ ਨਹੀਂ ਪਸੰਦ ਆਉਂਦੀ? ਮੈਂ ਕੈਸੇ ਕਰ ਦਿਓ ਟਹਾਈ, ਇਸ ਤੇ ਆਛੀ ਕਿਆ ਬਨ ਜਾਈ। ਮਹਾਰਾਜ ਹੁਣ ਮੈਂ ਕਿਵੇਂ ਢਾ ਦਿਆਂ ਇਹਨੂੰ? ਤੇ ਫਿਰ ਜੇ ਇਹ ਸੋਹਣੀ ਨਹੀਂ ਨਾ ਬਣੀ, ਫਿਰ ਇਸ ਤੋਂ ਸੋਹਣੀ ਮੇਰੇ ਤੋਂ ਹੋਰ ਕਿੱਦਾਂ ਬਣ ਜਾਏਗੀ? ਤਬ ਸਤਿਗੁਰ ਨੇ ਦਈ ਟਹਾਏ, ਕਰੀ ਕਾਰ ਪੁਨ ਭਲੇ ਬਤਾਏ। ਮਹਾਰਾਜ ਜੀ ਕਹਿੰਦੇ ਨਹੀਂ ਇਹਨੂੰ ਢਾਓ। ਢਵਾ ਦਿੱਤੀ। ਫੇਰ ਦੁਬਾਰੇ ਲੀਕ ਖਿੱਚੀ ਹੈ। ਕਹਿੰਦੇ ਇਦਾਂ ਬਣਾਓ ਥੜਾ, ਇਸ ਪ੍ਰਕਾਰ ਕੀਜੇ ਸ਼ੁਭ ਥਰੀ, ਸੁਰਤ ਸੰਭਾਰੋ ਉਰਮਤ ਤਰੀ। ਬੜੇ ਪ੍ਰੇਮ ਦੇ ਨਾਲ ਥੜਾ ਤਿਆਰ ਕਰੋ। ਇਸ ਤਰ੍ਹਾਂ ਸੁਰਤ ਟਿਕਾਣੇ ਰੱਖ ਕੇ ਤਿਆਰ ਕਰੋ। ਰਾਮਦਾਸ ਕੀ ਦਿਸ਼ ਚੱਲ ਗਏ, ਹੀਰ ਥਰੀ ਕੋ ਉਚਰਤ ਪਏ। ਫਿਰ ਉਧਰ ਗੁਰੂ ਰਾਮਦਾਸ ਜੀ, ਸ੍ਰੀ ਰਾਮਦਾਸ ਜੀ ਦੇ ਕੋਲ ਚਲੇ ਗਏ। ਥੜੀ ਦੇਖੀ, ਮਹਾਰਾਜ ਜੀ ਉੱਥੇ ਬੋਲ ਪਏ, ਹਾਂਜੀ ਤੈਂ ਤੇ ਨੀਕੀ ਨਹੀਂ ਬਣਾਈ, ਬੈਠ ਬੇਕਾਰਨ ਹਮੋ ਨਾ ਪਾਈ। ਕਹਿੰਦੇ ਇਹ ਥੜੀ ਵਧੀਆ ਨਹੀਂ ਬਣੀ, ਅਸੀਂ ਨਹੀਂ ਬਹਿਣਾ ਇਹਦੇ ਉੱਤੇ, ਇਹ ਸਾਡੇ ਬੈਠਣ ਦੇ ਕਾਬਲ ਯੋਗ ਨਹੀਂ ਬਣੀ। ਕਰੋ ਬਿਦਾਰਨ ਰਾਖੋ ਨਾਏ, ਕਯੋ ਨ ਲਖਿਓ ਤੁਮੋ ਮਨ ਮਾਏ। ਜੋ ਅਸੀਂ ਕਿਹਾ ਸੀ ਉਹ ਤੁਸੀਂ ਆਪਣੇ ਮਨ ਚ ਉਦਾਂ ਜਾਣਿਆ ਨਹੀਂ। ਇਹ ਥੜਾ ਉਦਾਂ ਨਹੀਂ ਬਣਿਆ, ਇਹਨੂੰ ਹੁਣੇ ਢਾ ਦਿਓ।
ਸੁਨ ਸਤਿਗੁਰ ਕੇ ਬਾਕਨ ਸ਼੍ਰੋਨ ਢਾਹਨ ਕਰੀ ਧਰੇ ਮੁਖ ਮੌਨ। ਕਹਿੰਦੇ ਮਹਾਰਾਜ ਜੀ ਚੁੱਪ ਕਰ ਗਏ, ਭਾਈ ਜੇਠਾ ਜੀ ਚੁੱਪ ਕਰ ਗਏ ਤੇ ਚੁੱਪ ਕਰਕੇ ਥੜੀ ਢਾ ਦਿੱਤੀ। ਮਨ ਚ ਉਥਲ ਪੁਥਲ ਨਹੀਂ ਮਚੀ ਭਾਈ ਰਾਮਾ ਜੀ ਵਾਂਗੂ। ਹਾਂਜੀ। ਔਰ ਪੈ ਧਰ ਕੇ ਬੋਲਿਓ ਫੇਰ ਤੁਮਰੀ ਮਤੀ ਅਗਾਧ ਬਡੇਰ। ਹਿਰਦੇ ਚ ਮਹਾਰਾਜ ਜੀ ਦਾ ਭੈ ਧਾਰ ਕੇ ਬੋਲੇ, ਮਹਾਰਾਜ ਜੀ ਆਪ ਜੀ ਦੀ ਮਤੀ ਅਗਾਧ ਬੋਧ ਹੈ। ਆਪ ਜੀ ਦਾ ਜਿਹੜਾ ਹੈ ਹਿਰਦੇ ਦਾ, ਦਿਮਾਗ ਦਾ, ਬੁੱਧੀ ਦਾ ਦਾਇਰਾ ਮਹਾਰਾਜ ਉਹ ਸਾਡੇ ਪਕੜ ਚ ਆਉਣ ਵਾਲਾ ਨਹੀਂ। ਹਮ ਮਤ ਮੰਦ ਸਕੇ ਨੈ ਜਾਨ ਤੋ ਕਿਰਪਾ ਤੁਮ ਕਰੋ ਮਹਾਨ। ਮਹਾਰਾਜ ਜੀ ਸਾਡੀ ਮਤ ਥੋੜੀ ਹੈ, ਆਪ ਜੀ ਦੀ ਮਤ ਦੀ ਮਰਿਆਦਾ ਨੂੰ ਨਹੀਂ ਜਾਣ ਸਕਦੀ। ਆਪ ਜੀ ਕਿਰਪਾ ਕਰੋ ਅਸੀਂ ਉਦਾਂ ਬਣਾ ਸਕੀਏ। ਬਿਸਰ ਜਾਤ ਹਮਰੀ ਮਤ ਥੋਰੀ ਬਖਸ਼ੋ ਖਤਾ ਆਪ ਅਬ ਮੋਰੀ। ਮਹਾਰਾਜ ਸਾਡੀ ਥੋੜੀ ਮਤ ਹੈ, ਤੁਸੀਂ ਦੱਸ ਕੇ ਜਾਣੇ ਹੋ ਅਸੀਂ ਭੁੱਲ ਜਾਣੇ ਆ। ਮਹਾਰਾਜ ਸਾਡੀ ਖਤਾ ਬਖਸ਼ ਦਿਓ। ਜਿਸ ਪ੍ਰਕਾਰ ਕੀ ਦਿਓ ਬਤਾਏ ਹਿਤਰਾਵਰ ਕੇ ਅਬੇ ਬਣਾਏ। ਮਹਾਰਾਜ ਜਿਵੇਂ ਦੀ ਆਪ ਜੀ ਚਾਹੁੰਦੇ ਹੋ ਦੁਬਾਰੇ ਦੱਸੋ। ਮਹਾਰਾਜ ਜਿਵੇਂ ਕਹੋਗੇ ਮੈਂ ਕੋਸ਼ਿਸ਼ ਕਰਾਂਗਾ ਉਵੇਂ ਦੀ ਬਣਾਉਣ ਦੀ। ਸੁਨ ਸਤਿਗੁਰ ਨੇ ਕਰੀ ਲਕੀਰ ਇਸ ਬਿਦ ਕਰੋ ਥਰੀ ਧਰ ਧੀਰ। ਮਹਾਰਾਜ ਸਾਹਿਬ ਜੀ ਨੇ ਫੇਰ ਇੱਕ ਲਕੀਰ ਖਿੱਚ ਦਿੱਤੀ ਕਿ ਇਦਾਂ ਇਸ ਥਾਂ ਤੇ ਥੜੀ ਤਿਆਰ ਕਰੋ। ਇਮ ਦੋਨੋਂ ਕੋ ਫੇਰ ਬਤਾਏ ਮੰਦ ਮੰਦ ਗਮਨੇ ਨਿਜ ਥਾਏ। ਬਜ਼ੁਰਗ ਸਰੀਰ ਹੈ, ਇਸ ਤਰ੍ਹਾਂ ਦੋਨਾਂ ਨੂੰ ਦੱਸ ਕੇ ਹੌਲੀ ਹੌਲੀ ਤੁਰਦੇ ਤੁਰਦੇ ਮਹਾਰਾਜ ਆਪਣੇ ਆਸਣ ਤੇ ਵਾਪਸ ਆ ਗਏ। ਭਈ ਪ੍ਰਭਾਤ ਆਏ ਪੁਨ ਦੋ ਲਗੇ ਬਨਾਵਨ ਥਲ ਪਿਕਸੋ। ਅੰਮ੍ਰਿਤ ਵੇਲਾ ਹੋਇਆ, ਦੀਵਾਨ ਸਜਿਆ, ਹਾਜ਼ਰੀ ਭਰੀ, ਦਿਨ ਚੜਿਆ। ਫੇਰ ਆ ਕੇ ਦੋਨੋਂ ਜਣੇ ਉਸੇ ਥਾਂ ਤੇ ਥੜੀਆਂ ਬਣਾਉਣ ਲਈ ਆ ਗਏ। ਨੀਕੀ ਰੀਤ ਸੁਧਾਰਨ ਕਰੇ ਪੰਕ ਈਟ ਕਾ ਪੰਕਤ ਜਰੇ। ਫੇਰ ਆ ਕੇ ਇੱਟਾਂ ਸਾਫ਼ ਕੀਤੀਆਂ ਨੇ, ਗਾਰਾ ਤਿਆਰ ਕੀਤਾ ਹੈ ਥੜੇ ਬਣਾਉਣ ਦੇ ਲਈ। ਦਿਨ ਸਗਰੇ ਮੈਂ ਲਈ ਬਣਾਏ ਦੋਨੋਂ ਦਿਸ਼ ਬੁੱਧ ਕਰ ਅਧਿਕਾਏ। ਦੋਨਾਂ ਨੇ ਹੀ ਪੂਰਾ ਜ਼ੋਰ ਲਾਇਆ, ਸਰੀਰ ਦਾ ਵੀ ਬੁੱਧੀ ਦਾ ਵੀ। ਆਪ ਦੀ ਬੁੱਧੀ ਅਨੁਸਾਰ ਦੋ ਥੜੇ ਤਿਆਰ ਕਰ ਲਏ। ਪੁਨ ਆਏ ਗੁਰ ਤੀਸਰ ਬਾਰੀ ਲਖ ਨ ਸਕੇ ਕੋ ਮਹਿਮਾ ਭਾਰੀ। ਤੀਸਰੀ ਵਾਰ ਫੇਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਦੇ ਸਮਾਨ ਸਤਿਗੁਰੂ। ਹੈ ਤਾਂ ਇਹ ਪੰਕਤੀ 6ਵੇਂ ਪਾਤਸ਼ਾਹ ਦੇ ਪਰਥਾਏ ਹੈ, ਪਰ ਕੋਈ ਵੀ ਪੰਕਤੀ ਚਾਹੇ ਪਹਿਲੇ ਪਾਤਸ਼ਾਹ ਹੋਣ ਚਾਹੇ ਹੁਣ 10ਵੇਂ ਇੱਕ ਜੋਤ ਹੋਣ ਕਰਕੇ ਸਭ ਥਾਂ ਤੇ ਢੁੱਕ ਜਾਂਦੀ ਹੈ। ਸੋ ਭਾਰੀ ਗੁਰੂ ਅਮਰਦਾਸ ਸਾਹਿਬ ਜੀ ਫੇਰ ਉਸ ਥਾਂ ਤੇ ਆਏ ਆ ਜਿਨ੍ਹਾਂ ਦੀ ਮਹਿਮਾ ਨੂੰ ਕੋਈ ਜਾਣ ਨਹੀਂ ਸਕਦਾ। ਔਰ ਗੰਭੀਰ ਧੀਰ ਕੇ ਧਰਤਾ ਸਭ ਹਿਨ ਤੇ ਉੱਤਮ ਜਿਨ ਚਰਿਤਾ। ਜਿਨ੍ਹਾਂ ਦੇ ਕੌਤਕ ਸਭ ਤੋਂ ਉੱਤਮ ਨੇ, ਹਿਰਦੇ ਕਰਕੇ ਬਹੁਤ ਗੰਭੀਰ ਨੇ। ਤੇ ਗੁਰੂ ਅਮਰਦਾਸ ਜੀ ਵਰਗਾ ਧੀਰਜ ਤਾਂ ਕਿਹਦੇ ਚ ਹੋ ਸਕਦਾ ਹੈ? ਕਿਹਦੇ ਚ ਹੋ ਸਕਦਾ? ਉਹ ਟਿਕਾ ਜਿਹੜਾ ਟਿਕਾ ਗੁਰੂ ਅਮਰਦਾਸ ਸਾਹਿਬ ਚ ਸੀ। ਸਿੱਖੋ, ਗੁਰਮੁਖੋ, ਰੱਬ ਦੇ ਪਿਆਰਿਓ, ਇੱਕ ਗੱਲ ਯਾਦ ਰੱਖਿਓ, ਜਿਹੋ ਜਿਹਾ ਧੀਰਜ 10 ਪਾਤਸ਼ਾਹੀਆਂ ਦੇ ਵਿੱਚ ਸੀ ਨਾ, ਜਾਂ ਉਹਨਾਂ ਦੇ ਪਿਆਰ ਵਾਲੇ ਸਿੱਖਾਂ ਚ ਸੀ, ਚਾਹੇ ਉਹ ਬਾਬਾ ਬੁੱਢਾ ਜੀ ਸੀ, ਚਾਹੇ ਉਹ ਭਾਈ ਪਾਰੋ ਜੀ ਸੀ, ਚਾਹੇ ਉਹ 5ਵੇਂ ਪਾਤਸ਼ਾਹ ਵੇਲੇ ਦੇ ਸਿੱਖ ਸੀ, ਭਾਵੇਂ ਉਹ 9ਵੇਂ ਪਾਤਸ਼ਾਹ ਵੇਲੇ ਦੇ ਸਿੱਖ ਸੀ, ਚਾਹੇ ਉਹ ਭਾਈ ਦਇਆ ਸਿੰਘ ਜੀ ਵਰਗੇ ਮਹਾਨ 10ਵੇਂ ਪਾਤਸ਼ਾਹ ਜੀ ਦੇ ਵੇਲੇ ਦੇ ਸਿੱਖ ਸੀ। ਜਿਹੋ ਜਿਹਾ ਧੀਰਜ, ਜਿਹੋ ਜਿਹਾ ਹਿਰਦਾ, ਜਿਹੋ ਜਿਹੀ ਵਿਸ਼ਾਲਤਾ ਉਹਨਾਂ ਦੇ ਕੋਲ ਸੀ ਨਾ, ਉਹ ਅੱਜ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ। ਖਤਮ ਹੁੰਦੀ ਕੀ, ਦੇਖਣ ਨੂੰ ਨਹੀਂ ਮਿਲਦੀ। ਤੇ ਜਦੋਂ ਗੁਰੂਆਂ ਦੇ ਹਿਰਦੇ ਦੀ ਅੰਸ਼ ਤੁਹਾਡੇ ਹਿਰਦੇ 'ਚ ਨਹੀਂ ਹੋਏਗੀ ਨਾ, ਤਾਂ ਯਾਦ ਰੱਖਿਓ, ਜਿਹੋ ਜਿਹਾ ਸਨਮਾਨ ਗੁਰੂਆਂ ਨੂੰ ਮਿਲਦਾ ਸੀ, ਗੁਰੂਆਂ ਦੇ ਉਹ ਮਹਾਨ ਸਿੱਖਾਂ ਨੂੰ ਮਿਲਦਾ ਸੀ, ਉਹ ਤੁਹਾਨੂੰ ਨਹੀਂ ਮਿਲੇਗਾ। ਕਿਉਂਕਿ ਉਹ ਅੰਸ਼ ਤੁਹਾਡੇ ਵਿੱਚ ਨਹੀਂ ਹੈ, ਜਿਹੜੀ ਅੰਸ਼ ਤੁਹਾਡੇ 'ਚੋਂ ਲੋਕ ਭਾਲਦੇ ਆ, ਉਹ ਅੰਸ਼ ਨਹੀਂ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਹਿਰਦਾ, ਆਹਾ, ਹਿਰਦਾ ਕਮਾਲ ਦੇ ਨਾਲ, ਨਿਮਰਤਾ ਦੇ ਨਾਲ, ਧੀਰਜ ਨਾਲ ਭਰਿਆ ਪਿਆ ਹੈ। ਪ੍ਰਥਮੇ ਰਾਮੇ ਕੀ ਦਿਸ਼ ਆਏ
ਖਰੇ ਥਰੀ ਦਿਸ਼ ਦ੍ਰਿਸ਼ਟ ਲਗਾਏ। ਕਹਿੰਦੇ ਪਹਿਲਾਂ ਭਾਈ ਰਾਮਾ ਜੀ ਵੱਲ ਆ ਗਏ, ਆ ਕੇ ਥੜੇ ਦੇ ਕੋਲ ਖੜ ਕੇ ਕਯੋ ਬਾਕ ਪੋ ਰਾਮੇ ਤੋਏ ਕਰਿਓ ਨਹੀਂ ਜਿਮ ਪਾਕਿਓ ਮੋਏ। ਦੇਖਿਆ ਹੈ ਭਾਈ ਰਾਮਾ ਜੀ ਦੇ ਵੱਲ, ਕਹਿੰਦੇ ਭਾਈ ਰਾਮਾ ਜੀ ਜਿਵੇਂ ਅਸੀਂ ਕਹਿ ਕੇ ਗਏ ਸੀ ਨਾ, ਤੀਸਰੇ ਵਾਰ ਵੀ ਤੁਸੀਂ ਉਦਾਂ ਨਹੀਂ ਕੀਤਾ। ਨੇ ਪਸੰਦ ਇਉ ਆਏ ਹਮਾਰੇ ਜਿਮ ਚਾਹਤ ਤਿਮ ਨਹੀਂ ਸੁਧਾਰੇ। ਇਹ ਸਾਨੂੰ ਪਸੰਦ ਥੜਾ ਨਹੀਂ ਆਇਆ, ਜਿਵੇਂ ਅਸੀਂ ਚਾਹੁੰਦੇ ਸੀ ਇਹ ਬਣੇ ਉਦਾਂ ਦਾ ਇਹ ਨਹੀਂ ਬਣਿਆ। ਬਹੁਤ ਬਾਰ ਸਮਝਾਵਨ ਕਰਿਓ ਥਰੀ ਕਾਜ ਕਰਬੋ ਨੇ ਸਰਿਓ। ਬੜੀ ਵਾਰ ਸਮਝਾਇਆ ਸੀ ਵੀ ਇਦਾਂ ਬਣਾਓ ਇਦਾਂ ਬਣਾਇਓ, ਪਰ ਤੁਹਾਡੇ ਤੋਂ ਬਣਿਆ ਹੀ ਨਹੀਂ, ਪਤਾ ਨਹੀਂ ਕੀ ਗੱਲ। ਸੁਨ ਰਾਮਾ ਚਿਤਵਤ ਚਿਤ ਮਾਈ ਏ ਕਾਰਨ ਕਿਆ ਲਖੀਅਤ ਨਾਈ। ਭਾਈ ਰਾਮਾ ਜੀ ਫੇਰ ਆਪਣੇ ਹਿਰਦੇ 'ਚ ਦਿਲ 'ਚ ਮਨ 'ਚ ਗਿਣਤੀਆਂ ਜੀ ਗਿਣਨ ਲੱਗ ਪਏ, ਕਹਿੰਦੇ ਇਹ ਕੀ ਹੋਇਆ, ਇਹ ਨਹੀਂ ਸਮਝ ਆਈ। ਕਰਤ ਵਿਚਾਰ ਸੁਨਿਸ਼ਚੇ ਠਾਨਾ ਇਨਕੋ ਬਹੁ ਸਰੀਰ ਬਿਰਧਾਨਾ। ਆਪਣੇ ਅੰਦਰ ਵਿਚਾਰ ਕਰਦਾ ਵੀ 3 ਵਾਰ ਮੈਂ ਥੜੀ ਬਣਾਈ ਹੈ, ਇੰਨੀ ਸੋਹਣੀ ਵਧੀਆ ਥੜੀ ਬਣਾਈ ਹੈ, ਲੋਕ ਖੜ ਖੜ ਸਿਫਤਾਂ ਕਰ ਗਏ ਨੇ, ਪਰ ਮਹਾਰਾਜ ਨੂੰ ਪਸੰਦ ਕਿਉਂ ਨਹੀਂ ਆਈ। ਵਿਚਾਰ ਕਰਦਾ ਕਰਦਾ ਇਸ ਨਿਸ਼ਚੇ ਤੇ ਪਹੁੰਚਿਆ, ਕਹਿੰਦਾ ਮਹਾਰਾਜ ਦਾ ਸਰੀਰ ਬਜ਼ੁਰਗ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਅੰਦਰ ਸੋਚਦਾ, ਕਹਿੰਦਾ ਮਹਾਰਾਜ ਦਾ ਸਰੀਰ ਨਾ ਬਜ਼ੁਰਗ ਹੋ ਗਿਆ, ਸਰੀਰ ਬਜ਼ੁਰਗ ਹੋ ਗਿਆ, ਭਾਵ ਐ ਸੋਚਦਾ ਵੀ ਹੁਣ ਮੱਤ ਕੰਮ ਨਹੀਂ ਕਰਦੀ ਮਹਾਰਾਜ ਦੀ। ਜਿਹੜਾ ਸਿੱਖ ਆਪ ਦੇ ਗੁਰੂ ਪ੍ਰਤੀ ਇਦਾਂ ਸੋਚਣ ਲੱਗ ਪਏ, ਸਮਝ ਲਓ ਫਿਰ ਆਪੇ ਤੁਸੀਂ। ਹਾਂਜੀ ਗਈ ਆਰ ਬਲ ਬੀਤ ਬਡੇਰੀ ਕਯੋ ਨ ਯਾਦ ਰੱਖੇ ਇਸ ਬੇਰੀ। ਬੋਲ ਪਿਆ ਹੁਣ, ਮਨ ਕਿੱਥੇ ਚੁੱਪ ਕਰਦਾ ਕਿਸੇ ਦਾ। ਕਹਿੰਦਾ ਮਹਾਰਾਜ ਇੰਨੀ ਤੁਹਾਡੀ ਉਮਰ ਹੋ ਗਈ ਹੈ, 90 ਪਲੱਸ ਹੋ ਗਏ ਹੋ, ਜੋ ਤੁਸੀਂ ਕਹਿੰਦੇ ਹੋ ਤੁਹਾਨੂੰ ਯਾਦ ਤਾਂ ਰਹਿੰਦਾ ਨਹੀਂ। ਜਿਵੇਂ ਤੁਸੀਂ ਕਹਿ ਕੇ ਗਏ ਸੀ ਉਦਾਂ ਹੀ ਥੜਾ ਬਣਾਇਆ ਮੈਂ, ਤੇ ਪਹਿਲਾਂ ਤੁਸੀਂ ਕਹਿ ਜਾਂਦੇ ਹੋ, ਬਾਅਦ ਚ ਤੁਸੀਂ ਭੁੱਲ ਜਾਂਦੇ ਹੋ, ਯਾਦ ਤੁਹਾਨੂੰ ਰਹਿੰਦਾ ਨਹੀਂ। ਹਾਂਜੀ ਇਮ ਠਟ ਮਨ ਮੈਂ ਕੀਨ ਬਖਾਨ ਜਿਮ ਤੁਮ ਨੇ ਮੋਏ ਕਹੋ ਫੁਰਮਾਨ। ਇਸ ਤਰ੍ਹਾਂ ਦੀ ਵਿਚਾਰ ਕਰਕੇ ਭਾਈ ਰਾਮਾ ਜੀ ਇਹ ਗੱਲਾਂ ਬੋਲੇ ਆ ਵੀ ਜਿਵੇਂ ਤੁਸੀਂ ਕਿਹਾ ਸੀ ਉਵੇਂ ਮੈਂ ਕਰ ਦਿੱਤਾ। ਕਰੀ ਤਥਾ ਮੈਂ ਬੁੱਧ ਬਲ ਲਾਏ ਕਹਿ ਕਰ ਆਛੇ ਸੁਧ ਬਨਵਾਏ। ਮਹਾਰਾਜ ਮੈਂ ਤਾਂ ਬੜੇ ਵਧੀਆ ਤਰੀਕੇ ਨਾਲ ਪੂਰੀ ਬਲ ਬੁੱਧੀ ਲਾ ਕੇ ਉਦਾਂ ਹੀ ਬਣਾਈ ਹੈ ਥੜੀ, ਇਹ ਜਿੱਦਾਂ ਤੁਸੀਂ ਕਹਿ ਕੇ ਗਏ ਸੀ। ਆਪ ਕਹੋ ਜਿਮ ਬਿਸਰੈ ਫੇਰ ਇਸ ਮੈਂ ਦੋਸ਼ ਆਏ ਕਿਆ ਮੇਰ। ਮਹਾਰਾਜ ਜੇ ਤੁਸੀਂ ਕਹਿ ਕੇ ਭੁੱਲ ਜਾਂਦੇ ਹੋ ਇਹਦੇ 'ਚ ਮੇਰਾ ਕੀ ਦੋਸ਼ ਹੈ। ਤੁਸੀਂ ਜਿਵੇਂ ਕਹਿ ਕੇ ਜਾਂਦੇ ਹੋ ਉਵੇਂ ਮੈਂ ਥੜਾ ਬਣਾ ਦੇਣਾ, ਤੇ ਤੁਸੀਂ ਕਹਿ ਕੇ ਬਾਅਦ ਚ ਭੁੱਲ ਜਾਂਦੇ ਹੋ, ਆ ਕੇ ਕਹਿ ਦਿੰਦੇ ਹੋ ਤੈਨੂੰ ਐਵੇਂ ਨਹੀਂ ਸੀ ਕਿਹਾ। ਮਹਾਰਾਜ ਹੁਣ ਫਿਰ ਇਹਦੇ ਚ ਮੇਰਾ ਕੀ ਦੋਸ਼ ਹੈ। ਇਮ ਸੁਨ ਸਤਗੁਰ ਤੂਸ਼ਨ ਠਾਨੀ ਅਤ ਗੰਭੀਰ ਧੀਰ ਗੁਣ ਖਾਨੀ। ਬੜੇ ਹਿਰਦੇ ਦੇ ਗੰਭੀਰ ਧੀਰਜ ਵਾਲੇ ਸਤਿਗੁਰੂ ਜੀ ਭਾਈ ਰਾਮਾ ਜੀ ਦੇ ਬਚਨ ਸੁਣ ਕੇ ਚੁੱਪ ਕਰ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਚੁੱਪ ਦਾ ਮਤਲਬ ਪਤਾ ਕੀ ਹੈ, ਜਿਹਦਾ ਪੇਪਰ ਪਿਆ ਸੀ ਉਹ ਫੇਲ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ ਪੁਨ ਸ਼੍ਰੀ ਰਾਮਦਾਸ ਟਿਕ ਗਏ ਹੀਰ ਥਰੀ ਕੋ ਬੋਲਤ ਪਏ। ਫਿਰ ਜਿੱਥੇ ਸ੍ਰੀ ਰਾਮਦਾਸ ਜੀ ਨੇ ਥੜਾ ਬਣਾਇਆ ਸੀ ਉੱਥੇ ਚਲੇ ਗਏ, ਜਾ ਕੇ ਦੇਖਿਆ ਥੜਾ ਦੇਖ ਕੇ ਬੋਲ ਪਏ। ਇਹ ਤੈ ਨੀਕੀ ਨਹੀਂ ਬਣਾਈ ਕਈ ਬਾਰ ਬੋ ਮਤ ਨੇ ਆਈ। ਕਿੰਨੇ ਵਾਰ ਰਾਮਦਾਸ ਜੀ ਤੁਹਾਨੂੰ ਕਿਹਾ, ਤੁਹਾਨੂੰ ਸਮਝ ਨਹੀਂ ਆਈ। ਜਿਵੇਂ ਅਸੀਂ ਕਹਿ ਕੇ ਗਏ ਸੀ ਤੁਸੀਂ ਥੜਾ ਉਦਾਂ ਕਿਉਂ ਨਹੀਂ ਬਣਾਇਆ। ਜਿਮ ਕਹਿ ਗਏ ਬਨੀ ਤਿਮ ਨਾਈ ਸ਼ਰਮ ਬਾਦ ਕੀ ਨਸੇ ਸਮਾਈ। ਬਿਨਾ ਮਤਲਬ ਦੀ ਤੁਸੀਂ ਮਿਹਨਤ ਕਰ ਰਹੇ ਹੋ, ਬਣਾ ਲੈਂਦੇ ਹੋ ਢਾ ਦਿੰਦੇ ਹੋ, ਬਣਾ ਲੈਂਦੇ ਹੋ ਢਾ ਦਿੰਦੇ ਹੋ। ਜੇ ਤੁਸੀਂ ਜਿਵੇਂ ਇੱਕ ਵਾਰ ਕਿਹਾ ਉਵੇਂ ਬਣਾ ਦੋ, ਬਾਰ-ਬਾਰ ਮਿਹਨਤ ਕਿਉਂ ਕਰਨੀ ਪਵੇ। ਸੁਨ ਗੁਰ ਬਾਕ ਮੰਦ ਨਿਜ ਜਾਣਿਓ ਭਇਓ ਨਮਰ ਪਾਇਨ ਲਪਟਾਨਿਓ। ਜਦੋਂ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕਹੇ, ਗੁਰੂ ਰਾਮਦਾਸ ਸਾਹਿਬ ਜੀ, ਮਾਫ ਕਰਨਾ ਭਾਈ ਰਾਮਦਾਸ ਜੀ, ਗੁਰਤਾ ਗੱਦੀ ਅਜੇ ਨਹੀਂ ਮਿਲੀ ਹੈ, ਨਿਮਰਤਾ ਚ ਆ ਗਏ, ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਏ।
ਹੋਂ ਅਜਾਨ ਨਿਤ ਭੂਲਨ ਹਾਰੋ, ਤੁਮ ਕਿਰਪਾਲ ਨਿਜ ਬਿਰਦ ਸੰਭਾਰੋ। ਮਹਾਰਾਜ ਮੈਂ ਅਜਾਣ ਹੈ ਤੇ ਤੁਸੀਂ ਬਖਸ਼ਣਹਾਰ ਹੋ, ਮੈਂ ਭੁੱਲਣਹਾਰ ਹਾਂ ਤੁਸੀਂ ਬਖਸ਼ਣਹਾਰ ਹੋ, ਮੈਂ ਅਣਜਾਣ ਹਾਂ ਤੁਸੀਂ ਜਾਣੀ ਜਾਣ ਹੋ। ਮਹਾਰਾਜ ਜੀ ਬਾਰ ਬਾਰ ਬਖਸ਼ਤੋ ਮੋਈ, ਅਪਰਾਧੀ ਅਰ ਮੂਰਖ ਕੋਹੀ। ਮਹਾਰਾਜ ਆਪ ਜੀ ਮੈਨੂੰ ਅਪਰਾਧੀ ਨੂੰ, ਜਿਹੜਾ ਆਪ ਜੀ ਦੇ ਹੁਕਮ ਦੀ ਬਾਰ-ਬਾਰ ਅਵੱਗਿਆ ਕਰਦਾ ਹੈ, ਇਹੋ ਜਿਹੇ ਮੂਰਖ ਨੂੰ ਆਪਣੇ ਆਪ ਨੂੰ ਮਹਾਰਾਜ ਜੀ ਕਹਿ ਰਹੇ ਆ, ਜਿਹਨੂੰ ਆਪ ਜੀ ਦਾ ਕਿਹਾ ਸਮਝ ਨਹੀਂ ਆਉਂਦਾ, ਆਪ ਜੀ ਬਾਰ-ਬਾਰ ਬਖਸ਼ ਦਿੰਦੇ ਹੋ। ਮਹਾਰਾਜ ਜੀ ਜੇਤਕ ਸੁਮਤ ਦੇਤ ਸੋ ਜਾਨਵ, ਬਿਨਾ ਦੀਏ ਕਿਆ ਬਪਰਾ ਮਾਨਵ। ਮਹਾਰਾਜ ਇਹ ਮਾਨਸ ਵਿਚਾਰਾ ਕਿਆ ਕਰੇ, ਜਿੰਨੀ ਕੁ ਮੱਤ ਆਪ ਜੀ ਨੇ ਦਿੱਤੀ ਹੈ ਉਹਦੇ ਅਨੁਸਾਰ ਉਨਾ ਕੁ ਕਾਰਜ ਕਰ ਦਿੰਦਾ ਹੈ। ਰਾਵਰ ਕਰੁਣਾ ਕਰੋ ਬਤਾਵੋ, ਨੀਕੀ ਰੀਤ ਭਾਕ ਸਮਝਾਵੋ। ਮਹਾਰਾਜ ਆਪ ਜੀ ਕਿਰਪਾ ਕਰੋ, ਜਿਵੇਂ ਤੁਸੀਂ ਕਹੋ ਮੈਂ ਉਵੇਂ ਆਪ ਜੀ ਦੇ ਹੁਕਮ ਅਨੁਸਾਰ ਥੜੀ ਤਿਆਰ ਕਰ ਦਿਆਂ। ਮਤਮੰਦ ਅਭਾਗ ਵਿਚਾਰਾ, ਜਾਣ ਸਕਿਓ ਨੈ ਕਯੋ ਤੁਮਾਰਾ। ਮਹਾਰਾਜ ਮੈਂ ਥੋੜੀ ਮਤ ਵਾਲਾ ਹਾਂ, ਅਭਾਗਾ ਹਾਂ, ਜਿਹੜਾ ਆਪ ਜੀ ਦੀ ਗੱਲ ਨੂੰ ਜਾਣ ਨਹੀਂ ਸਕਦਾ। ਇਮ ਕਹਿ ਗਰ ਮੈਂ ਅੰਚਰ ਡਾਰਾ, ਛਿਮੋ ਪ੍ਰਭੂ ਅਪਰਾਧੇ ਹਮਾਰਾ। ਐਵੇਂ ਕਹਿ ਕੇ ਗਲ 'ਚ ਪੱਲੂ ਪਾ ਲਿਆ, ਅਰਦਾਸ ਕੀਤੀ ਮਹਾਰਾਜ ਮੇਰੇ ਤੋਂ ਆਪ ਜੀ ਦੇ ਹੁਕਮ ਦੀ ਤੀਸਰੇ ਵਾਰ ਅਵੱਗਿਆ ਹੋਈ ਹੈ, ਮਹਾਰਾਜ ਮੈਨੂੰ ਬਖਸ਼ ਦਿਓ। ਸਿੱਖ ਸਮੀਪ ਸਭਈ ਸੁਨ ਕਰਕੇ, ਹਰਖੇ ਸਿੱਖੀ ਰੀਤ ਵਿਚਰ ਕੇ। ਜਿੰਨੇ ਸਿੱਖ ਖੜੇ ਸੀ ਉਹਨਾਂ ਸਾਰਿਆਂ ਦੇ ਹਿਰਦੇ ਗਦ ਗਦ ਹੋ ਗਏ, ਪ੍ਰੇਮ ਚ ਭਰ ਗਏ। ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੇ ਸਿੱਖ ਦੇ ਬਚਨਾਂ ਨੂੰ ਸੁਣ ਕੇ, ਸਿੱਖ ਦੇ ਹਿਰਦੇ ਦੀ ਅਵਸਥਾ ਨੂੰ ਦੇਖ ਕੇ ਨਿਹਾਲ ਹੋ ਗਏ ਗੁਰੂ ਕੇ ਸਿੱਖ ਜਿਹੜੇ ਖੜੇ ਸੀ। ਪਰਮ ਪ੍ਰਸੰਨ ਭਏ ਗੁਰ ਪੂਰੇ, ਗੁਰਤਾ ਉਚਿਤ ਲਖੇ ਗੁਣ ਰੂਰੇ। ਤੇ ਦੇਖੀ ਹੈ ਗੁਰਸਿੱਖੀ ਦੀ ਇਹ ਨਿਸ਼ਾਨੀ, ਕਿ ਇਹ ਨਿਸ਼ਾਨੀ ਹੈ ਗੁਰੂ ਕੇ ਸਿੱਖਾਂ ਦੀ। ਸਿੱਖਾਂ ਨੇ ਵੀ ਦੇਖੀ ਹੈ ਤੇ ਗੁਰੂ ਸਾਹਿਬ ਤਾਂ ਜਾਣੀ ਜਾਣ ਨੇ। ਮਹਾਰਾਜ ਸਾਹਿਬ ਜੀ ਬੜੇ ਪ੍ਰਸੰਨ ਹੋਏ ਤੇ ਜਾਣ ਲਿਆ ਜਿੰਨੇ ਸੁੰਦਰ, ਜਿੰਨੇ ਚੰਗੇ ਗੁਣ ਗੁਰਿਆਈ ਲਈ ਚਾਹੀਦੇ ਨੇ ਉਹ ਸਾਰੇ ਭਾਈ ਰਾਮਦਾਸ ਜੀ ਚ ਹਨ। ਸਬਨ ਸੁਨਾਵਤ ਬਾਕੇ ਅਲਾਵੇਂ, ਇਸ ਕੀ ਸੇਵਾ ਮੋ ਮਨ ਭਾਵੇਂ। ਸਾਰਿਆਂ ਨੂੰ ਬੋਲ ਕੇ ਮਹਾਰਾਜ ਸਾਹਿਬ ਜੀ ਨੇ ਸੁਣਾ ਦਿੱਤਾ, ਸਿੱਖੋ ਤੁਸੀਂ ਪੁੱਛਦੇ ਸੀ ਨਾ ਮਹਾਰਾਜ ਤੁਹਾਡੇ ਮਨ ਨੂੰ ਕੌਣ ਭਾਉਂਦਾ ਹੈ, ਭਾਈ ਰਾਮਾ ਜੀ ਭਾਉਂਦਾ ਹੈ ਜਾਂ ਭਾਈ ਜੇਠਾ ਜੀ ਭਾਉਂਦਾ ਹੈ। ਆ ਆਪਣੀਆਂ ਅੱਖਾਂ ਦੇ ਨਾਲ ਦੇਖ ਲੋ, ਇਸ ਸਿੱਖ ਦੀ ਸੇਵਾ ਮੇਰੇ ਮਨ ਨੂੰ ਭਾਉਂਦੀ ਹੈ। ਆਪਾ ਕਬੂ ਨ ਕਰੇ ਜਨਾਵਨ, ਨਿਸ ਦਿਨ ਪ੍ਰੇਮ ਭਗਤ ਮੈਂ ਪਾਵਨ। ਹਰ ਸਮੇਂ ਪ੍ਰੇਮਾ ਭਗਤੀ ਦੇ ਵਿੱਚ ਭਿੱਜਿਆ ਰਹਿੰਦਾ, ਇਹਦਾ ਮਨ ਪਵਿੱਤਰ ਹੋ ਗਿਆ, ਇਹ ਕਦੇ ਆਪਣਾ ਆਪਾ ਨਹੀਂ ਜਣਾਉਂਦਾ। ਸੁਨ ਸਭ ਸਿੱਖਨ ਸੰਸੇ ਖੋਆ, ਗੁਰਤਾ ਉਚਿਤ ਭਲੇ ਏ ਜੋਆ। ਸਾਰੇ ਸਿੱਖਾਂ ਦੇ ਮਨ 'ਚ ਜਿਹੜਾ ਸੰਸਾ ਸੀ ਉਹ ਨਿਵਰਤ ਹੋ ਗਿਆ ਕਿ ਗੁਰਤਾ ਦੇ ਕਾਬਿਲ ਕੌਣ ਹੈ। ਜਾਣ ਲਿਆ ਕਿ ਭਾਈ ਰਾਮਦਾਸ ਜੀ ਐਸੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਣ ਵਾਲਾ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਕਨ ਤੇ ਪਛਾਨ ਕਰ ਲੀਨੇ, ਆਪਾ ਜੁਤ ਅਰ ਆਪਾ ਹੀ ਨੇ। ਮਹਾਰਾਜ ਜੀ ਨੇ ਗੱਲਾਂ ਤੋਂ ਹੀ ਪਛਾਣ ਕਰਕੇ ਸਿੱਖਾਂ ਨੂੰ ਜਣਾ ਦਿੱਤਾ ਕੌਣ ਆਪਾ ਖੋ ਚੁੱਕਾ ਹੈ ਤੇ ਕੌਣ ਆਪੇ ਦੇ ਸਹਿਤ ਹੈ। ਭਾਵ ਕਿਹਦਾ ਮਨ ਅਜੇ ਹਉਮੈ 'ਚ, ਅਜੇ ਫੋਕੀ ਬਾਵਾ 'ਚ, ਅਜੇ ਸੰਸਾਰ ਦੇ ਬੰਧਨਾਂ 'ਚ ਫਸਿਆ ਪਿਆ ਤੇ ਕਿਹਦਾ ਮਨ ਮਿਟ ਕੇ ਖਤਮ ਹੋ ਕੇ ਰੱਬ 'ਚ ਲੀਨ ਹੋ ਚੁੱਕਾ ਹੈ। ਹਾਂਜੀ, ਸਤਿਗੁਰ ਨਿਜ ਸਥਾਨ ਕੋ ਆਏ,
ਸਿੱਖ ਸੰਗ ਜੇ ਤਿਨੋ ਸੁਨਾਏ। ਮਹਾਰਾਜ ਸਾਹਿਬ ਜੀ ਉੱਥੋਂ ਚੱਲ ਕੇ ਆਪਣੇ ਸਥਾਨ ਵੱਲ ਨੂੰ ਆ ਗਏ ਹਨ। ਰਾਮਦਾਸ ਹੈ ਪੁਰਖ ਮਹਾਨੇ, ਇਸਕੇ ਸੰਗ ਤਰੇ ਨਰ ਜਾਣੇ। ਜਿਹੜੇ ਨਾਲ ਸਿੱਖ ਤੁਰੇ ਆਉਂਦੇ ਸੀ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਬਚਨ ਕਰਦੇ ਆ ਆਉਂਦੇ ਸਮੇਂ, ਕਹਿੰਦੇ ਭਾਈ ਸਿੱਖੋ, ਇਹ ਭਾਈ ਰਾਮਦਾਸ ਜੀ ਇਹ ਮਹਾਨ ਪੁਰਖ ਨੇ, ਇਹਨਾਂ ਦੇ ਸੰਗ ਕਰਕੇ ਲੱਖਾਂ ਲੋਕ ਤਰਨਗੇ। ਗੁਰਸਿੱਖੋ, ਕੋਈ ਸਮਾਂ ਸੀ ਛੋਟੀ ਉਮਰ 'ਚ ਮਾਂ ਵੀ ਪਿਓ ਵੀ ਚੜ੍ਹਾਈ ਕਰ ਗਏ ਸੀ। ਲੋਕ ਕਹਿਣ ਲੱਗ ਪਏ ਸੀ ਕਿ ਭਾਈ ਜੇਠਾ, ਭਾਈ ਰਾਮਦਾਸ ਅਨਾਥ ਹੋ ਗਿਆ ਹੈ, ਇਹਦੀ ਰੋਟੀ ਪਾਣੀ ਦਾ, ਇਹਦੀ ਸਾਂਭ ਸੰਭਾਲ ਦਾ ਧਿਆਨ ਕੌਣ ਰੱਖੇਗਾ। ਅੱਜ ਦੇਖੋ ਉਸੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ 3-3 ਲੱਖ 5-5 ਲੱਖ ਭੁੱਖੇ ਬੰਦੇ ਦੇ ਢਿੱਡ 'ਚ ਅੰਨ ਪੈਂਦਾ, ਜਿਹਨੂੰ ਲੋਕ ਸੋਚਦੇ ਸੀ ਇਹਨੂੰ ਰੋਟੀ ਕਿੱਦਾਂ ਮਿਲੇਗੀ, ਇਹਦੀ ਪਰਵਰਿਸ਼ ਕਿੱਦਾਂ ਹੋਏਗੀ। ਅੱਜ ਉਸ ਗੁਰੂ ਰਾਮਦਾਸ ਦੇ ਦਰ ਤੋਂ ਲੱਖਾਂ ਲੋਕਾਂ ਦੇ ਪੇਟ ਪਲਦੇ ਐ। ਸਤਿ ਸ੍ਰੀ ਅਕਾਲ। ਅੱਜ ਉਸੇ ਗੁਰੂ ਰਾਮਦਾਸ ਦੇ ਦਰ ਤੋਂ ਲੱਖਾਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਅੱਜ ਉਸੇ ਗੁਰੂ ਰਾਮਦਾਸ ਦੇ ਦਰ ਤੋਂ ਲੱਖਾਂ ਲੋਕਾਂ ਨੂੰ ਦਰਗਾਹ ਤੱਕ ਦਾ ਮਾਣ ਮਿਲਦਾ ਹੈ। ਬ੍ਰਿੰਦਨ ਕੋ ਕਰਤਾ ਕਲਿਆਣ, ਬਸੀ ਕਰਿਓ ਮੁਝ ਸੇਵਾ ਠਾਨ। ਮੈਨੂੰ ਸੇਵਾ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹਨਾਂ ਨੇ ਬਸ ਚ ਕਰ ਲਿਆ ਤੇ ਇਹਨਾਂ ਨੇ ਬਹੁਤ ਲੋਕਾਂ ਦਾ ਉਧਾਰ ਕਰਨਾ ਹੈ। ਇਸ ਤੇ ਨੈ ਅਦੇ ਕੁਛ ਮੋਰੇ, ਸਭ ਹਿਨ ਤੇ ਪਦ ਪ੍ਰਾਪਤ ਘੋਰੇ। ਇਹਨਾਂ ਨੇ ਸਭ ਤੋਂ ਵੱਡਾ ਪਦ ਪ੍ਰਾਪਤ ਕਰ ਲਿਆ, ਜਿਹਨੂੰ ਪਰਮ ਪਦ ਕਹਿੰਦੇ ਆ। ਤੇ ਐਸੀ ਕੋਈ ਵਸਤੂ ਨਹੀਂ ਹੈ ਜਿਹੜੀ ਮੈਂ ਇਹਨਾਂ ਨੂੰ ਨਹੀਂ ਦੇ ਸਕਦਾ। ਕਹਿੰਦੇ ਦੁਨੀਆ ਦਾ ਇਸ ਲੋਕ ਤੋਂ ਲੈ ਕੇ ਸੱਚਖੰਡ ਤੱਕ ਦਾ ਕੋਈ ਪਦਾਰਥ ਨਹੀਂ ਇਹ ਮੰਗਣ ਮੈਂ ਨਾ ਦਿਆਂ। ਇਸ ਲੋਕ ਤੋਂ ਲੈ ਕੇ ਸੱਚਖੰਡ ਤੱਕ ਕੋਈ ਐਸੀ ਸ਼ਕਤੀ ਨਹੀਂ ਹੈ, ਕੋਈ ਐਸੀ ਤਾਕਤ ਨਹੀਂ ਹੈ ਕਿ ਮੈਂ ਉਹ ਭਾਈ ਰਾਮਦਾਸ ਨੂੰ ਨਾ ਦਿਆਂ। ਕਹਿੰਦੇ ਸਾਰਾ ਕੁਝ ਹੀ ਇਹਨਾਂ ਨੇ ਮੇਰੇ ਕੋਲੋਂ ਹਾਸਲ ਕਰ ਲਿਆ। ਕਹਿਣ ਦਾ ਭਾਵ ਹੈ ਗੁਰੂ ਨਾਨਕ ਦੇ ਖਜ਼ਾਨੇ ਦੇ ਇਹ ਅੱਜ ਤੋਂ ਮਾਲਕ ਬਣ ਚੁੱਕੇ ਹਨ। ਸਤਿ ਸ੍ਰੀ ਅਕਾਲ। ਧੰਨ ਨੇ ਐਸੇ ਗੁਰੂ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਬਾਕੀ ਦਾ ਇਤਿਹਾਸ ਆਪ ਜੀ ਕੱਲ ਦੇ ਪ੍ਰਕਰਣਾਂ ਦੇ ਅੰਦਰ ਸਰਵਣ ਕਰੋਗੇ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਚਰਨਾ ਕਮਲਾਂ ਦਾ ਪਿਆਰ ਸਤਿਕਾਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 हे अच्युत हे पार ब्रह्म अविनाशी अगनास हे पूरन हे सर्ब मैं दुख भंजन गुणतास हे संगी हे निरंकार हे निर्गुण सब टेक हे गोबिंद हे गुण निधान जाकै सदा विवेक हे परम्पर हर हरे है पी हो बनहार हे संत
ਕੇ ਸਦਾ ਸੰਗ ਨਿਧਾਰਾ ਆਧਾਰ। ਏ ਠਾਕਰ ਆਉਂਦਾ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ। ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ। ਏਕ ਅਕਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਬੇਨਤੀ ਹੈ ਕਿ ਮੌਸਮ ਦੇ ਬਦਲਾਵ ਨੂੰ ਮੁੱਖ ਰੱਖਦੇ ਹੋਏ ਕੱਲ ਤੋਂ ਸ਼ਾਮ ਦੇ ਦੀਵਾਨ ਦੇ ਸਮੇਂ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਨੂੰ ਗੁਰ ਇਤਿਹਾਸ ਦੀ ਕਥਾ ਸ਼ਾਮ 4:15 ਤੋਂ 5:15 ਵਜੇ ਤੱਕ ਹੋਵੇਗੀ। ਉਸ ਉਪਰੰਤ ਕੀਰਤਨ ਸੋਦਰ ਚੌਕੀ 5:15 ਤੋਂ 6 ਵਜੇ ਤੱਕ। ਪਾਠ ਸ਼੍ਰੀ ਰਹਿਰਾਸ ਸਾਹਿਬ 6 ਵਜੇ ਤੋਂ ਲੈ ਕੇ 6:45 ਵਜੇ ਤੱਕ। ਕੀਰਤਨ